ਲੱਖੇ ਦੀ ਗ੍ਰਿਫਤਾਰੀ ਨਹੀਂ ਹੋਈ ਹੈਗੀ। ਪਰਮਾਤਮਾ ਕਰੇ ਜਿੱਥੇ ਵੀ ਹੋਵੇ ਉਹ ਚੜ੍ਹਦੀ ਕਲਾ ਵਿੱਚ ਹੀ ਹੋਵੇ। ਜਦੋਂ ਤੱਕ ਸਾਨੂੰ ਰਿਪੋਰਟ ਮਿਲੀ ਹੈ ਜੀ, ਸ਼ਾਇਦ ਕਿਸੇ ਨਿਊਜ਼ ਚੈਨਲ ਨੇ ਕਹਿੰਦੇ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਸ਼ਾਇਦ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੋਈ ਸੀ ਕਿ ਕੋਈ ਸ਼ਾਇਦ ਉਹਨਾਂ ਨੂੰ ਲੱਗਦਾ ਸੀਗਾ ਕਿ ਲੱਖੇ ਨੂੰ ਇਸ ਤਰੀਕੇ ਨਾਲ ਅਰੈਸਟ ਕੀਤਾ ਜਾ ਸਕਦਾ ਹੈਗਾ। ਜਿੱਥੋਂ ਤੱਕ ਸਾਨੂੰ ਖਬਰਾਂ ਪਹੁੰਚੀਆਂ ਨੇ, ਕਿਉਂਕਿ ਪਤਾ ਨਹੀਂ ਉਹਨਾਂ ਦੀ ਕੀ ਮਨਸ਼ਾ ਹੈਗੀ ਹੈ, ਜਾਂ ਸਿਰਫ ਆਪਦੀ TRP ਦੇ ਲਈ ਕਿਸੇ ਨੇ ਇਹ ਕੀਤਾ ਹੈਗਾ। ਤੇ ਨੌਜਵਾਨਾਂ ਦੇ ਉੱਤੇ ਗੱਦਾਰੀ ਦੇ ਦੋਸ਼ ਦਿੱਤੇ ਜਾ ਰਹੇ ਨੇ। ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹਨਾਂ ਨੇ ਜਿਹੜਾ ਹੈਗਾ ਅੰਦੋਲਨ ਨੂੰ ਢਾਹ ਲਾਈ ਹੈ। ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜਾ ਮੁੰਡਾ ਇੰਨੇ ਦਿਨਾਂ ਤੋਂ ਇੰਨੇ ਮਹੀਨਿਆਂ ਤੋਂ ਇਸ ਸੰਘਰਸ਼ ਦੇ ਲਈ ਉਹਨੇ ਦਿਨ ਰਾਤ ਇੱਕ ਕੀਤਾ ਹੋਇਆ, ਜਿਹਨੇ ਪਿੰਡ ਜਾ ਕੇ ਲਾਮਬੰਦੀ ਕਰਕੇ ਨੌਜਵਾਨਾਂ ਨੂੰ ਨਾਲ ਜੋੜ ਕੇ ਇੱਥੋਂ ਤੱਕ ਜਾਂਦਾ, ਉਹਨੂੰ ਤੁਸੀਂ ਗੱਦਾਰ ਕਰਾਰ ਕਰ ਰਹੇ ਹੋ। ਤੇ ਤੁਸੀਂ ਆਪਦੀ ਕਿਸੇ ਨਿੱਜੀ ਤੁਹਾਡੀ ਕੋਈ ਰੰਜਿਸ਼ ਹੋਊਗੀ ਤੇ ਉਹਦੇ ਚੱਲਦਿਆਂ ਤੁਸੀਂ ਏਦਾਂ ਦੇ ਤੁਸੀਂ ਬਿਆਨਬਾਜ਼ੀਆਂ ਕਰੋ ਸਟੇਜ ਦੇ ਉੱਤੇ, ਜਦੋਂ ਕਿ ਤੁਸੀਂ ਆਗੂ ਹੋ। ਪਰ ਹੁਣ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਟੇਜ ਤੇ ਚੜ੍ਹ ਕੇ ਤੁਸੀਂ ਸ਼ਰੇਆਮ ਜਿਹੜੇ ਆਪ ਦੇ ਪੁੱਤ ਨੇ ਪੰਜਾਬ ਦੇ, ਜਿਹੜੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ, ਜਿਹੜੇ ਇੱਥੋਂ ਤੱਕ ਜਿਹੜਾ ਸੰਘਰਸ਼ ਨੂੰ ਪਹੁੰਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਨੌਜਵਾਨ ਉਹਨਾਂ ਨੂੰ ਅੱਜ ਵੀ ਪਿਆਰ ਕਰਦੇ ਆ। ਜੇ ਮਰਜ਼ੀ ਉਹਨਾਂ ਨੂੰ ਗੱਦਾਰ ਕਹੋ, ਜੋ ਮਰਜ਼ੀ ਉਹਨਾਂ ਨੂੰ ਤੁਸੀਂ ਆਪਣੇ ਜਿਹੜੇ ਹੈਗੇ ਆ ਫਿਰ ਸਿੱਧੇ ਸ਼ਬਦਾਂ ਦੇ ਨਾਲ ਤੁਸੀਂ ਸਰਟੀਫਿਕੇਟ ਜਿਹੜੇ ਦੇ ਰਹੇ ਹੋ। ਹਰੇਕ ਬੰਦੇ ਨੂੰ ਪਤਾ ਹੈ ਕਿ ਕਿਹੜੇ ਆਗੂ ਨੇ ਜਾਂ ਕਿਹੜੇ ਨੌਜਵਾਨ ਨੇ ਕਿਹੜੇ ਟਾਈਮ ਤੇ ਕਿਹੜੇ ਬਿਆਨ ਦਿੱਤੇ ਆ। ਉਹ ਸਾਰੇ ਲੋਕਾਂ ਦੇ ਫੋਨਾਂ ਦੇ ਵਿੱਚ ਇੱਕ ਪਾਸੇ ਤਾਂ ਆਪਾਂ ਕਹਿ ਦਿੰਦੇ ਆ ਜਿਨ੍ਹਾਂ ਤੇ ਆਪਾਂ ਦੋਸ਼ ਮੜਦੇ ਆ ਕਿ ਜੀ ਉਹਨਾਂ ਦੀ ਤਾਂ ਮਤਲਬ ਉਹਨਾਂ ਦਾ ਕੋਈ ਯੋਗਦਾਨ ਹੀ ਨਹੀਂ ਹੈਗਾ। ਇੱਥੋਂ ਤੱਕ ਕਿ ਡੱਲੇਵਾਲ ਜੀ ਨੇ ਉਹਨਾਂ ਨੂੰ ਫੋਨ ਕੀਤਾ ਆ, ਉਹਨਾਂ ਨੂੰ ਕਿਹਾ ਆ ਕਿ ਉੱਥੇ ਨੌਜਵਾਨ ਜਿਹੜੇ ਭੜਕ ਚੁੱਕੇ ਆ, ਤੁਸੀਂ ਉਹਨਾਂ ਨੂੰ ਸ਼ਾਂਤ ਕਰੋ ਜਾ ਕੇ। ਤੇ ਆਪਾਂ ਫੋਟੋਆਂ ਦੇ ਆਧਾਰ ਤੇ ਕਿਸੇ ਨੂੰ ਕਹੀਏ ਕਿ ਕੋਈ ਦੋਸ਼ੀ ਹੈ ਜਾਂ ਕੋਈ ਨਿਰਦੋਸ਼ ਹੈ, ਉਹ ਗੱਲ ਕੋਈ ਬਾਹਲੀ ਜੱਚਦੀ ਨਹੀਂ ਹੈਗੀ। ਫੋਟੋਆਂ ਤਾਂ ਹੁਣ ਸਾਡੇ ਆਗੂਆਂ ਦੀਆਂ ਫੋਟੋਆਂ ਪਤਾ ਨਹੀਂ ਕਿੰਨਾ ਨਾਲ ਹੋਣਗੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਜ਼ੀ ਪ੍ਰਾਈਮ ਅਮਰੀਕਾ। ਮੈਂ ਹਾਂ ਵਿਨਿਤ ਕਪੂਰ ਔਰ ਕਿਸਾਨੀ ਸੰਘਰਸ਼ ਦੀ ਆਪਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਕਿਸਾਨੀ ਸੰਘਰਸ਼ ਜਿਹੜਾ 26 ਤਰੀਕ ਤੋਂ ਬਾਅਦ ਕੀ ਕੁਝ ਨਵੇਂ ਰੰਗ ਲੈ ਕੇ ਆਇਆ ਹੈ, ਕਿਉਂਕਿ ਕਾਫੀ ਕੁਝ ਚੇਂजेस ਜਿਹੜੇ ਨੇ 26 ਤਰੀਕ ਤੋਂ ਬਾਅਦ ਇਸ ਕਿਸਾਨੀ ਸੰਘਰਸ਼ ਦੇ ਵਿੱਚ ਹੁੰਦੇ ਹੋਏ ਨਜ਼ਰ ਆਏ। NRI ਜਿਹੜੇ ਬਾਹਰਲੇ ਮੁਲਕਾਂ ਤੋਂ ਇਸ ਸੰਘਰਸ਼ ਨੂੰ ਲਗਾਤਾਰ ਸਮਰਥਨ ਦਿੰਦੇ ਨਜ਼ਰ ਆ ਰਹੇ ਹਨ, ਉਹਨਾਂ ਦੀ ਗੱਲ ਕਰੀਏ, ਉਹ ਵੀ ਲਗਾਤਾਰ ਇਸ ਸੰਘਰਸ਼ ਨੂੰ ਤਿੱਖਾ ਕਰਨ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ। ਲਗਾਤਾਰ ਚਾਹੁੰਦੇ ਨੇ ਕਿ ਕਿਸਾਨਾਂ ਨੂੰ ਉਹਨਾਂ ਦੇ ਜਿਹੜੇ ਹੱਕ ਨੇ ਉਹ ਮਿਲਦੇ ਹੋਏ ਨਜ਼ਰ ਆਣ, ਤੇ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੇ ਆ ਕਾਨੂੰਨ ਕਿਤੇ ਨਾ ਕਿਤੇ ਪਾਸ ਕੀਤੇ ਨੇ, ਆ ਕਾਨੂੰਨ ਰੱਦ ਹੁੰਦੇ ਹੋਏ ਨਜ਼ਰ ਆਣ। ਸਿੱਧੇ ਤੁਹਾਨੂੰ ਕੈਲੀਫੋਰਨੀਆ ਲੈ ਚੱਲਦੇ ਆ। ਮਨਿੰਦਰ ਦਿਓਲ ਸਾਡੇ ਨਾਲ ਨੇ, ਫੋਕ ਆਰਟਿਸਟ ਨੇ, NRI ਨੇ, ਜਿਹੜੇ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜੇ ਨੇ। ਉਹਨਾਂ ਨਾਲ ਸਿੱਧੀ ਗੱਲਬਾਤ ਕਰਨੇ ਆ। ਮਨਿੰਦਰ ਜੀ, ਸਵਾਗਤ ਹੈ ਤੁਹਾਡਾ ਜ਼ੀ ਪ੍ਰਾਈਮ ਅਮਰੀਕਾ ਤੇ। ਸਤਿ ਸ਼੍ਰੀ ਅਕਾਲ ਵਿਨੀਤ ਜੀ। ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਅਮਰੀਕਾ ਦੇਖਣ ਵਾਲੇ ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਮਨਿੰਦਰ ਜੀ, ਤੁਹਾਡੀ ਜੇਕਰ ਗੱਲ ਕਰੀਏ, NRIਆਂ ਦੀ ਗੱਲ ਕਰੀਏ, ਵੱਡਾ ਯੋਗਦਾਨ ਹੈ NRIਆਂ ਦਾ ਇਸ ਕਿਸਾਨੀ ਸੰਘਰਸ਼ ਦੇ ਵਿੱਚ। ਆਪਾਂ ਲਗਾਤਾਰ ਇੰਡੀਆ ਵਿੱਚ ਬੈਠੇ ਹੋਏ ਵੀ ਉੱਥੋਂ ਦੀ ਮੂਵਮੈਂਟ ਵੇਖਦੇ ਰਹਿੰਦੇ ਆ ਕਿ ਉੱਥੇ ਵੀ ਮਾਰਚ ਕੱਢੇ ਜਾ ਰਹੇ ਨੇ, ਉੱਥੇ ਵੀ ਕਿਸਾਨੀ ਸੰਘਰਸ਼ ਨੂੰ ਪੂਰਾ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ। ਲੇਕਿਨ 26 ਤਰੀਕ ਦੀ ਜਿਹੜੀ ਘਟਨਾ ਹੋਈ, ਉਸ ਤੋਂ ਬਾਅਦ ਕੀ ਕੁਝ ਬਦਲਾਵ ਆਏ? ਇੰਡੀਆ ਦੇ ਵਿੱਚ ਤੇ ਬਦਲਾਵ ਵੇਖਣ ਨੂੰ ਮਿਲ ਰਹੇ ਨੇ, ਲੇਕਿਨ ਉੱਥੇ ਕਿਸ ਤਰ੍ਹਾਂ ਦੇ ਬਦਲਾਵ ਆਏ? ਉੱਥੋਂ ਦੇ ਜਿਹੜੇ NRIs ਨੇ, ਤੁਸੀਂ ਲੋਕ ਜਿਹੜੇ ਹੋ, ਉਹ ਹੁਣ ਇਸ ਸੰਘਰਸ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਵਿਨੀਤ ਜੀ, ਗੱਲ ਇਹ ਹੈ ਕਿ ਇੱਕ ਹੁੰਦਾ ਹੈ ਕਿ ਜਦੋਂ ਆਪਾਂ ਫਿਜ਼ੀਕਲੀ ਤੌਰ ਤੇ ਮੋਰਚੇ ਦੇ ਵਿੱਚ ਸ਼ਾਮਲ ਹੁੰਦੇ ਆ, ਤੇ ਉਦੋਂ ਸਾਨੂੰ ਸਾਰਾ ਪਤਾ ਹੁੰਦਾ ਹੈ ਕਿ ਉੱਥੇ ਕੀ ਕੁਝ ਹੋ ਰਿਹਾ ਹੈ। ਤੇ ਆਪਾਂ ਸਾਨੂੰ ਚੰਗੀਆਂ ਗੱਲਾਂ ਦਾ ਵੀ ਪਤਾ ਹੁੰਦਾ, ਮਾੜੀਆਂ ਗੱਲਾਂ ਦਾ ਵੀ ਪਤਾ ਹੁੰਦਾ। ਤੇ ਉੱਥੇ ਜਿਹੜਾ ਇੱਕ ਪ੍ਰੈਜ਼ੈਂਟ ਹੋ ਕੇ ਸਾਰਾ ਕੁਝ ਦੇਖਣਾ, ਉਹਦੀ ਗੱਲ ਅੱਡ ਆ, ਹਨਾ। ਤੇ ਬਟ ਜਦੋਂ ਦੂਰ ਬੈਠੇ ਹੁੰਦੇ ਆ ਨਾ, ਤੁਸੀਂ ਪਰਦੇਸਾਂ ਵਿੱਚ ਬੈਠੇ ਹੁੰਦੇ ਆ, ਤਾਂ ਤੁਹਾਡੀ ਉਤਸੁਕਤਾ ਕੁਝ ਜ਼ਿਆਦਾ ਹੁੰਦੀ ਹੈ ਕਿ ਉੱਥੇ ਕੀ ਹੋ ਰਿਹਾ ਹੋਊਗਾ, ਕਿਵੇਂ ਮਾਹੌਲ ਹੋਊਗਾ, ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਕਿਵੇਂ ਰਹਿ ਰਹੇ ਹੋਣਗੇ, ਔਰ ਇੱਕ ਚਿੰਤਾ ਜ਼ਿਆਦਾ ਹੁੰਦੀ ਹੈ। ਅਸੀਂ ਜਿਸ ਦਿਨ ਤੋਂ ਮੋਰਚਾ ਸਟਾਰਟ ਹੋਇਆ, ਸਾਨੂੰ ਲੱਗਦਾ ਕਿ ਸਾਡੀਆਂ ਰਾਤਾਂ ਦੀਆਂ ਨੀਂਦਾਂ ਜਿਹੜੀਆਂ ਨੇ ਇੱਕ ਤਰ੍ਹਾਂ ਦੀ ਉੱਡ ਚੁੱਕੀਆਂ ਨੇ, ਵੀ ਸਾਨੂੰ ਸਾਰੀ ਰਾਤ ਭਾਵੇਂ ਅਸੀਂ ਦੇਖਦੇ ਰਹੀਏ ਉੱਥੇ। ਸਾਨੂੰ ਕਦੇ ਕਿਸੇ ਚੈਨਲ ਦੇ ਥਰੂ, ਕਦੇ ਕਿਸੇ ਚੈਨਲ ਦੇ ਥਰੂ ਅਸੀਂ ਦੇਖਦੇ ਰਹਿੰਦੇ। ਸਾਡੀਆਂ ਜਿਹੜੀਆਂ ਅੱਖਾਂ ਨੇ ਲਗਾਤਾਰ ਮੋਰਚੇ ਤੇ ਰਹਿੰਦੀਆਂ ਨੇ ਕਿ ਸਾਡੇ ਪੰਜਾਬ ਦੇ ਲੋਕ ਕਿਵੇਂ ਰਹਿ ਰਹੇ ਨੇ, ਕੀ ਹੋ ਰਿਹਾ ਇਸ ਟਾਈਮ। ਸਾਨੂੰ ਕੱਲੀ ਚੀਜ਼ ਦਾ ਇੱਕ ਫਿਕਰ ਲੱਗਿਆ ਹੁੰਦਾ ਇੱਥੇ ਬੈਠਿਆਂ ਨੂੰ। ਸੋ ਭਾਵੇਂ ਅਸੀਂ ਫਿਜ਼ੀਕਲੀ ਉੱਥੇ ਨਹੀਂ ਹੁੰਦੇ, ਪਰ
ਅਸੀਂ ਦਿਲ ਦਿਮਾਗ ਤੋਂ ਉੱਥੇ ਜੁੜੇ ਹਾਂ। ਦਿਲ ਦਿਮਾਗ ਤੁਹਾਡਾ ਇੱਥੇ ਹੀ ਹੈ, ਲੇਕਿਨ ਬਦਲਾਵ ਕੀ ਕੁਛ ਆਏ? ਕਿਉਂਕਿ ਮੈਂ ਵੇਖ ਰਿਹਾ ਸੀ, ਮੈਂ ਕੈਨੇਡਾ ਦੀ ਫੋਟੋ ਵੇਖ ਰਿਹਾ ਸੀ, ਮੈਂ US ਦੀ ਫੋਟੋ ਵੇਖ ਰਿਹਾ ਸੀ। ਉੱਥੇ ਇਸ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਲਈ ਰੋਡ ਮਾਰਚ ਕੱਢੇ ਗਏ ਸੀ। ਗੱਡੀਆਂ ਦੇ ਉੱਪਰ ਸਵਾਰ ਹੋ ਕੇ NRI ਜਿਹੜੇ ਨੇ ਹੱਥ ਦੇ ਵਿੱਚ ਕਿਸਾਨੀ ਦਾ ਝੰਡਾ ਲੈ ਕੇ ਸੜਕਾਂ ਤੇ ਉਤਰੇ ਸੀ। ਆਵਾਜ਼ ਲਗਾਤਾਰ ਉੱਠਦੀ ਹੋਈ ਨਜ਼ਰ ਆਈ। ਤੇ ਹੁਣ ਆ 26 ਤਰੀਕ ਤੋਂ ਬਾਅਦ ਕਿਆ ਕੁਝ ਬਦਲਾਵ ਆਏ, ਜਾਂ ਫਿਰ ਹਜੇ ਵੀ NRI ਜਿਹੜੇ ਨੇ ਉਸੇ ਢੰਗ ਨਾਲ ਇਸ ਅੰਦੋਲਨ ਦਾ ਹਿੱਸਾ ਨੇ ਜਿਸ ਢੰਗ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਜੁੜੇ ਸੀ? ਨਹੀਂ ਜੀ, ਬਦਲਾਵ ਦੀ ਤੇ ਕੋਈ ਨਾ ਹੀ ਸੰਭਾਵਨਾ ਹੈਗੀ ਤੇ ਨਾ ਹੀ ਪਰਮਾਤਮਾ ਕਰੇ ਕਿਸੇ ਦੇ ਮਨ ਦੇ ਵਿੱਚ ਏਦਾਂ ਦਾ ਕੋਈ ਬਦਲਾਵ ਆਵੇ। ਸਗੋਂ ਹੋਰ ਵੀ ਲੋਕਾਂ ਦੇ ਵਿੱਚ ਜਿਹੜਾ ਜ਼ਿਆਦਾ ਜੋਸ਼ ਹੈ ਤੇ ਜ਼ਿਆਦਾ ਚਿੰਤਾ ਆਪਣੇ ਜਿਹੜਾ ਕਿਸਾਨੀ ਸੰਘਰਸ਼ ਦੇ ਪ੍ਰਤੀ ਜਿਹੜੀ ਵਧੀ ਆ। ਕਿਉਂਕਿ 26 ਤੋਂ ਪਹਿਲਾਂ ਇਹ ਸੀ ਵਨੀਤੀ ਕਿ ਇੱਕ ਸਮੂਥਲੀ ਸਾਰਾ ਕੁਝ ਚੱਲ ਰਿਹਾ ਸੀ ਕੁਛ ਹੱਦ ਤੱਕ, ਕਿ ਚਲੋ ਲੋਕੀ ਪੰਜਾਬ ਤੋਂ ਜਾਂ ਬਾਹਰੋਂ ਵੀ ਕੁਛ ਹੱਦ ਤੱਕ ਜਾ ਰਹੇ ਸੀਗੇ ਔਰ ਸਾਰੇ ਠੀਕ ਸੀ। ਸਾਨੂੰ ਆਪਾਂ ਨੂੰ ਆਸ ਸੀਗੀ ਕਿ ਸਰਕਾਰ ਜਿਹੜੀ ਆ ਸਾਡੀਆਂ ਮੰਗਾਂ ਨੂੰ ਸ਼ਾਇਦ ਇਸ ਮੀਟਿੰਗ 'ਚ ਨਹੀਂ ਤਾਂ ਅਗਲੀ 'ਚ ਇਹ ਇੱਕ ਆਸ ਬੱਝੀ ਹੋਈ ਸੀਗੀ। ਬਟ ਜਿਹੜਾ ਹੈਗਾ ਮੇਨ ਜਿਹੜਾ ਸੰਘਰਸ਼ ਹੈ ਉਹ 26 ਤੋਂ ਬਾਅਦ ਸ਼ੁਰੂ ਹੋਇਆ, ਜਿਹਦੀ ਇੱਕ ਪਿਕਚਰ ਸਾਰਿਆਂ ਦੇ ਦਿਮਾਗ 'ਚ ਸੀ ਕਿ ਕੀ ਕੁਛ ਹੋ ਸਕਦਾ ਸੰਘਰਸ਼ ਦੇ ਵਿੱਚ, ਜਿਹਦੀਆਂ ਗੱਲਾਂ ਕਿ ਪਹਿਲੇ ਸਾਰੇ ਮੈਂਟਲੀ ਪ੍ਰਿਪੇਅਰ ਹੋ ਕੇ ਆਏ ਸੀ ਕਿ ਉੱਥੇ ਕੁਝ ਵੀ ਹੋ ਸਕਦਾ। ਜਦੋਂ ਆਪਾਂ ਕਿਸੇ ਸੰਘਰਸ਼ ਦੇ ਵਿੱਚ, ਆਪਾਂ ਸਰਕਾਰ ਦੇ ਨਾਲ ਇੱਕ ਬਹੁਤ ਵੱਡੀ ਇਸ ਟਾਈਮ ਆਪਣੀ ਉਹਨਾਂ ਨਾਲ ਜੰਗ ਚੱਲ ਰਹੀ ਹੈ ਤੇ ਉਹਦੇ ਵਿੱਚ ਹਰ ਬੰਦਾ ਮੈਂਟਲੀ ਪ੍ਰਿਪੇਅਰ ਹੁੰਦਾ ਤੇ ਜਦੋਂ ਆਪਾਂ ਜੰਗ ਦੇ ਮੈਦਾਨ 'ਚ ਜਾਈਏ ਤਾਂ ਉੱਥੇ ਕੁਝ ਵੀ ਹੋ ਸਕਦਾ। ਤੇ ਪਹਿਲਾ ਮਾਹੌਲ ਕੁਝ ਹੋਰ ਸੀ, ਪਰ ਹੁਣ 26 ਤੋਂ ਬਾਅਦ ਜਿਹੜਾ 26 ਦਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਜਿਹੜੇ ਲੋਕ ਜਿਹੜੇ ਨੇ ਉਹ ਜਿੱਦਾਂ ਕਹਿ ਦਈਏ ਉਹਨਾਂ ਦਾ ਜਜ਼ਬਾ ਜ਼ਿਆਦਾ ਵੱਧ ਗਿਆ। ਕਿਉਂਕਿ ਹੁਣ ਲੋਕਾਂ ਦੇ ਵਿੱਚ ਇਹ ਆ ਕਿ ਅਸੀਂ ਆਪਣੀ ਜੰਗ ਜਿੱਤਣੀ ਤਾਂ ਹੈ, ਪਹਿਲਾਂ ਵੀ ਸਾਡੇ ਦਿਮਾਗ 'ਚ ਇਹ ਸੀ ਕਿ ਅਸੀਂ ਜੰਗ ਜਿੱਤਣੀ ਆ, ਪਰ ਹੁਣ ਉਹਨਾਂ ਨੂੰ ਇਹ ਹੈ ਕਿ ਅਸੀਂ ਬਾਈ ਹੁੱਕ ਬਾਈ ਕ੍ਰੁੱਕ ਜਿਵੇਂ ਵੀ ਆ ਅਸੀਂ ਜਿਹੜੀ ਸਰਕਾਰ ਨੂੰ ਆਪਣੀਆਂ ਮੰਗਾਂ ਜਿਹੜੀਆਂ ਮਨਾਉਣ ਤੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਕਿਵੇਂ ਅਸੀਂ ਰਾਜੀ ਕਰ ਲਈਏ ਤੇ ਕਿਵੇਂ ਰਾਜੀ ਕਰਨਾ। ਕਿਉਂਕਿ ਹੈਗੀ ਹਾਂਜੀ ਮਨਿੰਦਰ ਜੀ, ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਕਿਵੇਂ ਰਾਜੀ ਕਰਨਾ, ਲੇਕਿਨ ਸਰਕਾਰ ਜੇਕਰ ਰੁਖ ਦੀ ਗੱਲ ਕਰੀਏ ਔਰ ਹੁਣ ਆ ਵੀ ਗੱਲਾਂ ਉੱਠਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ 26 ਤਰੀਕ ਜੋ ਵੀ ਘਟਨਾ ਹੋਈ, ਦੀਪ ਸਿੱਧੂ ਦੇ ਉੱਪਰ ਆਰੋਪ ਲੱਗਦੇ ਨਜ਼ਰ ਆ ਰਹੇ ਨੇ, ਇਕਬਾਲ ਸਿੰਘ ਤੇ ਆਰੋਪ ਲੱਗਦੇ ਨਜ਼ਰ ਆਏ ਨੇ, ਲੱਖਾ ਸਿਧਾਣਾ ਤੇ ਆਰੋਪ ਲੱਗਦੇ ਹੋਏ ਵੀ ਨਜ਼ਰ ਆ ਰਹੇ ਨੇ। ਉਹ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਸਰਕਾਰ ਦੀ ਸਾਜ਼ਿਸ਼ ਸੀ ਔਰ ਆ ਲੋਕ ਜਿਹੜੇ ਨੇ ਆ ਸਰਕਾਰ ਦੀ ਸਾਜ਼ਿਸ਼ ਦੇ ਵਿੱਚ ਇਨਵੋਲਵ ਸੀ। ਆਹੀ ਲੋਕ ਜਿਹੜੇ ਨੇ ਉਹ ਸਾਰੀ ਦੀ ਸਾਰੀ ਮੋਬ ਨੂੰ ਲਾਲ ਕਿਲੇ ਲੈ ਕੇ ਗਏ, ਉੱਥੇ ਝੰਡਾ ਲਾਇਆ ਗਿਆ। ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਨੇ ਉਹ ਵੀ ਅੰਦਰ ਖਾਤੇ ਉੱਠਦੀਆਂ ਹੋਈਆਂ ਨਜ਼ਰ ਆਈਆਂ ਨੇ। ਸਟੇਜ ਦੇ ਉੱਪਰੋਂ ਤੋਂ ਦੀਪ ਸਿੱਧੂ ਨੂੰ ਗੱਦਾਰ ਤੱਕ ਵੀ ਕਹਿ ਦਿੱਤਾ ਗਿਆ। ਇਸ ਤਰ੍ਹਾਂ ਦੀ ਮੂਵਮੈਂਟ ਦੇ ਵਿੱਚ ਜਦ ਬਦਲਾਵ ਆਉਂਦੇ, ਇਸ ਤਰ੍ਹਾਂ ਦੀ ਗੱਲਾਂ ਜਦੋਂ ਨਿਕਲ ਕੇ ਸਾਹਮਣੇ ਆ ਜਾਂਦੀਆਂ ਤਾਂ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਮੂਵਮੈਂਟ ਜਿਹੜੀ ਹੈ ਕਮਜ਼ੋਰ ਹੁੰਦੀ ਵੀ ਨਜ਼ਰ ਆਉਂਦੀ ਹੈ? ਜਿਹੜੀ ਤੁਸੀਂ ਗੱਲ ਕਹੀ ਹੈ, ਜੋ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ, ਭਾਵੇਂ ਅਸੀਂ ਬਾਹਰ ਬੈਠੇ ਪ੍ਰਦੇਸ਼ਾਂ 'ਚ ਭਾਵੇਂ ਇੰਡੀਆ 'ਚ ਬੈਠੇ ਨੇ ਜਿਹੜੇ ਲੋਕ, ਕਿ ਇਸ ਟਾਈਮ ਕੀ ਹਾਲਾਤ ਚੱਲ ਰਹੇ ਨੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਨੌਜਵਾਨਾਂ ਦੇ ਉੱਤੇ ਗੱਦਾਰੀ ਦੇ ਦੋਸ਼ ਦਿੱਤੇ ਜਾ ਰਹੇ ਨੇ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਇਹਨਾਂ ਨੇ ਜਿਹੜਾ ਹੈਗਾ ਅੰਦੋਲਨ ਨੂੰ ਢਾਹ ਲਾਈ ਹੈ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਕਿਉਂਕਿ ਜਦੋਂ ਉਹ ਪਹਿਲਾਂ ਤੋਂ ਹੀ ਜਥੇਬੰਦੀਆਂ ਦੇ, ਜਿਸ ਤਰ੍ਹਾਂ ਜਥੇਬੰਦੀਆਂ ਕਹਿੰਦੀਆਂ ਆਈਆਂ ਉਹਨਾਂ ਦੇ ਅਨੁਸਾਰ ਚੱਲ ਰਹੇ ਸੀ, ਉਹਨਾਂ ਨੇ ਕਦੇ ਵੀ ਆਪਣੇ ਬਿਆਨਾਂ 'ਚ ਏਦਾਂ ਦੀ ਗੱਲ ਨਹੀਂ ਕੀਤੀ ਕਿ ਅਸੀਂ ਜਥੇਬੰਦੀਆਂ ਤੋਂ ਬਾਹਰ ਹੋ ਕੇ ਕੁਝ ਕਰਨਾ ਆ। ਹਮੇਸ਼ਾ ਉਹਨਾਂ ਨੇ ਇਹੀ ਕਿਹਾ ਕਿ ਸਾਡੇ ਲੀਡਰਸ ਜਿਹੜੇ ਸਾਨੂੰ ਲੀਡ ਕਰਨ, ਸਾਡੀ ਅਗਵਾਈ ਕਰਨ, ਸਾਨੂੰ ਦੱਸਣ ਕਿ ਅਸੀਂ ਕੀ ਕਰਨਾ ਆ। ਉਹ ਜਿਹੜਾ ਇਨਸੀਡੈਂਟ ਹੋਇਆ ਆ ਉਹਦੀ ਅੱਜ ਨਹੀਂ ਤਾਂ ਕੱਲ ਸੱਚਾਈ ਸਾਹਮਣੇ ਆ ਹੀ ਜਾਊਗੀ ਕਿ ਉਹਦੇ ਪਿੱਛੇ ਕੌਣ, ਕਿਹਦਾ ਕੀ ਰੋਲ ਸੀਗਾ, ਕੌਣ ਸਾਜ਼ਿਸ਼ ਦਾ ਸ਼ਿਕਾਰ ਹੋਇਆ ਜਾਂ ਕਿਹਨੇ, ਜਾਂ ਉੱਥੇ ਸਰਕਾਰ ਦੀ ਪਹਿਲਾਂ ਹੀ ਮਿਥੀ ਹੋਈ ਸੀ ਸਾਰਾ ਕੁਝ ਜੋ ਵੀ ਸੀਗਾ ਇਹ। ਤੇ ਉਹਦੇ ਲਈ ਆਪਾਂ ਜੇ ਕਹੀਏ ਕਿ ਅਸੀਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਉਹਦੇ ਲਈ ਦੋਸ਼ ਦੇਈਏ ਉਹ ਕੋਈ ਵੱਡੀ ਸਿਆਣੀ ਗੱਲ ਨਹੀਂ ਹੈਗੀ। ਜਿਵੇਂ ਅਸੀਂ ਹੁਣ ਜੇ ਤੁਸੀਂ ਕਹੋ ਲੱਖਾ ਸਿਧਾਣਾ ਜੀ ਦੀ ਗੱਲ ਕਰੋ, ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਆ ਕਿ ਜਿਹੜਾ ਮੁੰਡਾ ਇੰਨੇ ਦਿਨਾਂ ਤੋਂ, ਇੰਨੇ ਮਹੀਨਿਆਂ ਤੋਂ ਇਸ ਸੰਘਰਸ਼ ਦੇ ਲਈ ਉਹਨੇ ਦਿਨ ਰਾਤ ਇੱਕ ਕੀਤਾ ਹੋਇਆ, ਜਿਹਨੇ ਪਿੰਡ ਜਾ ਕੇ ਲਾਮਬੰਦੀ ਕਰਕੇ ਨੌਜਵਾਨਾਂ ਨੂੰ ਨਾਲ ਜੋੜ ਕੇ ਇੱਥੋਂ ਤੱਕ ਲਿਆਂਦਾ, ਉਹਨੂੰ ਤੁਸੀਂ ਗੱਦਾਰ ਕਰਾਰ ਕਰ ਰਹੇ ਹੋ। ਉਹਦਾ ਵੀ ਪਰਿਵਾਰ ਆ, ਉਹ ਆਪਦੇ ਬੱਚੇ ਛੱਡ ਕੇ ਇਸ ਸੰਘਰਸ਼ ਦੇ ਨਾਲ ਜੁੜਿਆ ਹੋਇਆ। ਔਰ ਇਹ ਸੰਘਰਸ਼ ਤਾਂ ਹੁਣ ਸ਼ੁਰੂ ਹੋਇਆ, ਕਿੰਨੇ ਸਾਲਾਂ ਤੋਂ ਉਹ ਪੰਜਾਬ ਦੇ ਜਿਹੜੇ ਹਿੱਤਾਂ ਦੀ ਗੱਲ ਕਰਦਾ ਆ ਰਿਹਾ।
ਭਾਵੇਂ ਪਾਣੀਆਂ ਦੀ ਗੱਲ ਹੋਵੇ, ਪੰਜਾਬੀ ਬੋਲੀ ਦੀ ਗੱਲ ਹੋਵੇ, ਤੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ, ਉਹ ਸਾਰੇ ਇਸ ਚੀਜ਼ ਤੋਂ ਜਾਣੂ ਨੇ। ਉਸ ਚੀਜ਼ ਨੂੰ ਤੁਸੀਂ ਅੱਖੋਂ ਪਰੋਖੇ ਕਿਵੇਂ ਕਰ ਸਕਦੇ ਹੋ? ਤੇ ਤੁਸੀਂ ਆਪਦੀ ਕਿਸੇ ਨਿੱਜੀ ਤੁਹਾਡੀ ਕੋਈ ਰੰਜਿਸ਼ ਹੋਊਗੀ ਤੇ ਉਹਦੇ ਚੱਲਦਿਆਂ ਤੁਸੀਂ ਏਦਾਂ ਦੇ ਤੁਸੀਂ ਬਿਆਨਬਾਜ਼ੀਆਂ ਕਰੋ ਸਟੇਜ ਉੱਤੇ, ਜਦੋਂ ਕਿ ਤੁਸੀਂ ਆਗੂ ਹੋ। ਇੱਕ ਆਗੂ ਨੂੰ ਪਹਿਲੀ ਗੱਲ ਏਦਾਂ ਦੀਆਂ ਗੱਲਾਂ ਕਰਨੀਆਂ ਹੀ ਸ਼ੋਭਾ ਨਹੀਂ ਦਿੰਦੀਆਂ। ਜਦੋਂ ਤੁਸੀਂ ਅਸੀਂ ਉਹ ਵੀ ਦਿਨ ਦੇਖਿਆ ਕਿ ਜਦੋਂ ਲੱਖਾ ਸਟੇਜ ਤੋਂ ਬੋਲਦਾ ਸੀ ਤੇ ਉਹਨੂੰ ਕਹਿੰਦੇ ਸੀ ਕਿ ਜ਼ਿਆਦਾ ਨਹੀਂ ਬੋਲਣਾ, ਥੋੜਾ ਟਾਈਮ ਬੋਲਣਾ ਤੁਸੀਂ, ਰਾਈਟ। ਤੇ ਉਹਨਾਂ ਨੂੰ ਐ ਲੱਗਦਾ ਸੀ ਕਿ ਪਤਾ ਨਹੀਂ ਇਹ ਨੌਜਵਾਨਾਂ ਨੂੰ ਕੋਈ ਗਲਤ ਸੰਦੇਸ਼ ਦੇ ਰਹੇ ਆ ਜਾਂ ਨੌਜਵਾਨਾਂ ਨੂੰ ਕੋਈ ਭੜਕਾ ਰਹੀ, ਜਦੋਂ ਕਿ ਏਦਾਂ ਦੀ ਕੋਈ ਗੱਲ ਨਹੀਂ ਸੀ। ਜਦੋਂ ਉਹਨਾਂ ਦੇ ਨੌਜਵਾਨ ਉਹਨਾਂ ਦੇ ਨਾਲ ਸੀ। ਪਰ ਹੁਣ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਟੇਜ ਤੇ ਚੜ੍ਹ ਕੇ ਤੁਸੀਂ ਸ਼ਰੇਆਮ ਜਿਹੜੇ ਆਪ ਦੇ ਪੁੱਤ ਨੇ ਪੰਜਾਬ ਦੇ, ਜਿਹੜੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ, ਜਿਹੜੇ ਇੱਥੋਂ ਤੱਕ ਜਿਹੜਾ ਸੰਘਰਸ਼ ਨੂੰ ਪਹੁੰਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ, ਨੌਜਵਾਨ ਉਹਨਾਂ ਨੂੰ ਅੱਜ ਵੀ ਪਿਆਰ ਕਰਦੇ ਆ। ਬੇਸ਼ੱਕ ਤੁਸੀਂ ਜੋ ਮਰਜ਼ੀ ਉਹਨਾਂ ਨੂੰ ਗੱਦਾਰ ਕਹੋ, ਜੋ ਮਰਜ਼ੀ ਉਹਨਾਂ ਨੂੰ ਤੁਸੀਂ ਆਪਣੇ ਜਿਹੜੇ ਹੈਗੇ ਆ ਫਿਰ ਸਿੱਧੇ ਸ਼ਬਦਾਂ ਦੇ ਨਾਲ ਤੁਸੀਂ ਸਰਟੀਫਿਕੇਟ ਜਿਹੜੇ ਦੇ ਰਹੇ ਹੋ, ਪਰ ਭਾਵੇਂ ਅਸੀਂ ਇੱਥੇ ਬਾਹਰ ਬੈਠੇ ਹਾਂ, ਭਾਵੇਂ ਪੰਜਾਬ 'ਚ ਬੈਠੇ ਹਾਂ, ਸਾਨੂੰ ਵੀ ਇੱਥੇ ਬੈਠੀਆਂ ਸਾਰੀਆਂ ਰਿਪੋਰਟਸ ਮਿਲਦੀਆਂ ਨੇ ਸਾਰਿਆਂ ਨੂੰ। ਤੇ ਏਡਾ ਕੋਈ ਨਿਆਣਾ ਨਹੀਂ ਹੈਗਾ ਅੱਜ ਦੀ ਡੇਟ 'ਚ, ਹਰੇਕ ਬੰਦੇ ਦੇ ਹੱਥ 'ਚ ਫੋਨ ਆ, ਔਰ ਹਰੇਕ ਬੰਦੇ ਨੂੰ ਪਤਾ ਕਿ ਕਿਹੜੇ ਆਗੂ ਨੇ ਜਾਂ ਕਿਹੜੇ ਨੌਜਵਾਨ ਨੇ ਕਿਹੜੇ ਟਾਈਮ ਤੇ ਕਿਹੜੇ ਬਿਆਨ ਦਿੱਤੇ ਆ, ਉਹ ਸਾਰੇ ਲੋਕਾਂ ਦੇ ਫੋਨਾਂ ਦੇ ਵਿੱਚ ਨੇ। ਸੋ ਆਪਾਂ ਕਿਸੇ ਨੂੰ ਮੂਰਖ ਨਹੀਂ ਬਣਾ ਸਕਦੇ ਕਿ ਕਿਸੇ ਇੱਕ ਬੰਦੇ ਦੇ ਕਹਿਣ ਤੇ ਕੋਈ ਘਟਨਾ ਵਾਪਰ ਗਈ ਜਾਂ ਕੋਈ ਇੱਕ ਬੰਦਾ ਜਿਹੜਾ ਉਹ ਖਰਾਬੀ ਕਰ ਗਿਆ ਜਾਂ ਕਿਸੇ ਤਰੀਕੇ ਨਾਲ ਉਹ ਹਲੇ ਜੀ ਇਹ ਬਹੁਤ ਥੋੜੇ ਟਾਈਮ 'ਚ ਸਾਰਾ ਕੁਝ ਸਾਹਮਣੇ ਆ ਜਾਊਗਾ। ਮਨਿੰਦਰ ਜੀ ਵੱਡੀ ਗੱਲ ਕਰ ਰਹੇ ਹੋ। ਮਨਿੰਦਰ ਜੀ ਤੁਸੀਂ ਵੱਡੀ ਗੱਲ ਕਰ ਰਹੇ ਹੋ। ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਇੱਕ ਬੰਦਾ ਜਿਹੜਾ ਇੰਨੀ ਵੱਡੀ ਮੋਬ ਨੂੰ ਬਰਗਲਾ ਨਹੀਂ ਸਕਦਾ, ਇੱਕ ਬੰਦਾ ਇੰਨੀ ਵੱਡੀ ਮੋਬ ਨੂੰ ਬਰਗਲਾ ਕੇ ਲਾਲ ਕਿਲੇ ਨਹੀਂ ਲਿਜਾ ਸਕਦਾ। ਤੇ ਕਿਆ ਇਸ ਦੇ ਵਿੱਚ ਫਿਰ ਕਿਸਾਨ ਆਗੂਆਂ ਦੀ ਵੀ ਸ਼ਮੂਲੀਅਤ ਸੀ? ਕਿਆ ਉਹ ਵੀ ਚਾਹੁੰਦੇ ਸੀ ਕਿ ਲਾਲ ਕਿਲੇ ਜਾਇਆ ਜਾਏ, ਉੱਥੇ ਝੰਡਾ ਲਾਇਆ ਜਾਏ? ਮੈਂ ਉਹੀ ਤੁਹਾਨੂੰ ਕਹਿ ਰਹੀ ਹਾਂ ਜੀ, ਇਹ ਬਹੁਤ ਥੋੜੀ ਟਾਈਮ 'ਚ ਸਾਰੀ ਪਿਕਚਰ ਕਲੀਅਰ ਹੋ ਜਾਣੀ ਹੈ। ਕਿਉਂਕਿ ਇੱਕ ਪਾਸੇ ਤਾਂ ਆਪਾਂ ਕਹਿ ਦਿੰਦੇ ਹਾਂ ਜਿਨ੍ਹਾਂ ਤੇ ਆਪਾਂ ਦੋਸ਼ ਮੜਦੇ ਹਾਂ ਕਿ ਜੀ ਉਹਨਾਂ ਦੀ ਤਾਂ ਮਤਲਬ ਉਹਨਾਂ ਦਾ ਕੋਈ ਯੋਗਦਾਨ ਹੀ ਨਹੀਂ ਹੈਗਾ ਮੋਰਚੇ ਦੇ ਵਿੱਚ, ਉਹਨਾਂ ਦਾ ਕੋਈ ਯੋਗਦਾਨ ਨਹੀਂ, ਉਹਨਾਂ ਨੇ ਮੋਰਚੇ ਲਈ ਕੁਛ ਨਹੀਂ ਕੀਤਾ ਹੈਗਾ। ਫਿਰ ਜਦੋਂ ਉਹਨਾਂ ਦਾ ਕੋਈ ਸ਼ਮੂਲੀਅਤ ਨਹੀਂ, ਉਹਨਾਂ ਦਾ ਯੋਗਦਾਨ ਕੁਛ ਨਹੀਂ ਹੈਗਾ, ਤੇ ਫਿਰ ਸਾਰੇ ਮੋਰਚੇ ਵਾਲੇ ਉਹਨਾਂ ਦੇ ਮਗਰ ਆਪ ਮੁਹਾਰੇ ਹੋ ਕੇ ਨਹੀਂ ਜਾ ਸਕਦੇ ਹੈਗੇ। ਤੇ ਉੱਥੇ ਕਿਤੇ ਨਾ ਕਿਤੇ ਲੀਡਰਸ਼ਿਪ ਦੀ ਘਾਟ ਰਹੀ, ਕਿਉਂਕਿ ਜਿਹੜੇ ਸਾਡੇ ਆਗੂ ਨੇ ਉਹ ਉਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਅਸੀਂ ਆਪਦੇ ਨੌਜਵਾਨਾਂ ਨੂੰ ਜਿਹੜੀ ਸੇਧ ਦੇਣੀ ਆ, ਇੰਨੇ ਵੱਡੇ ਇਨਸੀਡੈਂਟ ਹੋਣ ਤੋਂ ਪਹਿਲਾਂ ਸਾਰੀ ਜਿਹੜੀ ਆ ਉਹ ਇੱਕ ਪ੍ਰੈਪਰੇਸ਼ਨ ਹੋਣੀ ਚਾਹੀਦੀ ਸੀ ਉਸ ਚੀਜ਼ ਦੀ। ਬਟ ਹੁਣ ਜੋ ਵੀ ਹੋਇਆ ਉਹਦੇ ਪਿੱਛੇ ਕੀ ਕਾਰਨ ਬਣੇ ਨੇ ਉਹ ਤਾਂ ਸਭ ਕਲੀਅਰ ਹੋ ਹੀ ਜਾਣਾ ਹੈ। ਤੇ ਪਰ ਇਹ ਗੱਲ ਹੈ ਕਿ ਆਪਣੇ ਹੀ ਤੁਹਾਡੇ ਪੰਜਾਬ, ਤੁਹਾਡੇ ਜੇ ਲੱਖਾ ਸਿਧਾਣਾ ਜਾਂ ਦੀਪ ਦੀ ਆਪਾਂ ਗੱਲ ਕਹਿ ਲਈਏ ਕਿ ਜੋ ਵੀ ਅਸੀਂ ਕਹਿੰਦੇ ਆ ਕਿ ਕੋਈ ਸਾਜ਼ਿਸ਼ ਦੇ ਅਧੀਨ ਸਾਰਾ ਕੁਝ ਹੋਇਆ ਜਾਂ ਸਰਕਾਰਾਂ ਨੇ ਕੀਤਾ ਆ, ਤੇ ਜੇ ਉਹਨਾਂ ਦੀ ਜਗ੍ਹਾ ਉਹਨਾਂ ਦੇ ਆਪ ਦੇ ਪੁੱਤ ਹੁੰਦੇ, ਕੋਈ ਉਹਨਾਂ ਤੋਂ ਗਲਤੀ ਹੋ ਜਾਂਦੀ, ਕਿ ਉਹਨਾਂ ਨੂੰ ਵੀ ਉਹ ਗੱਦਾਰ ਕਹਿੰਦੇ, ਸਟੇਜ ਤੇ ਚੜ੍ਹ ਕੇ ਉਹਨਾਂ ਨੂੰ ਵੀ ਸ਼ਰੇਆਮ ਭੰਡਦੇ। ਜਿਹੜੇ ਨੌਜਵਾਨ ਸਾਡੇ ਜਿਹੜੇ ਇੰਨੇ ਦਿਨਾਂ ਤੋਂ ਉੱਥੇ ਉਹ ਪਹਿਰੇ ਲਾ ਕੇ ਸਾਡੇ ਮੋਰਚੇ ਦੇ ਵਿੱਚ ਉੱਥੇ ਸੁਰੱਖਿਆ ਦਾ ਪ੍ਰਬੰਧ ਕਰ ਰਹੇ ਨੇ, ਤੁਹਾਡੇ ਨਾਲ ਤੁਹਾਨੂੰ ਜਥੇਬੰਦੀਆਂ ਦੇ ਨਾਲ ਤੁਰਨ ਦੀ ਗੱਲ ਕਰ ਰਹੇ ਨੇ, ਉਹਨਾਂ ਨੂੰ ਆਪਾਂ ਗੱਦਾਰ ਕਹਿ ਲਈਏ ਤਾਂ ਸਵੇਰੇ ਸਰਕਾਰ ਲਈ ਤਾਂ ਜਿਹੜੀਆਂ ਹੈਗੀਆਂ ਨੇ ਕਾਰਵਾਈਆਂ ਕਰਨੀਆਂ ਬਹੁਤ ਸੌਖੀਆਂ ਹੋ ਜਾਂਦੀਆਂ। ਲੇਕਿਨ ਮਨਿੰਦਰ ਜੀ 25 ਤਰੀਕ ਨੂੰ ਵੀ ਤੁਸੀਂ ਕਿਹਾ ਤੁਸੀਂ ਟੀਵੀਆਂ ਦੇ ਰਾਹੀਂ ਇਸ ਸੰਘਰਸ਼ ਦੇ ਨਾਲ ਹੋ, ਤੁਸੀਂ ਬੇਸ਼ੱਕ ਬਾਹਰ ਬੈਠੇ ਹੋ, ਕੈਲੀਫੋਰਨੀਆ ਬੈਠੇ ਹੋ, ਲੇਕਿਨ 25 ਤਰੀਕ ਨੂੰ ਜਿਹੜੀ ਸਟੇਜ ਦੇ ਉੱਪਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਸੀ, ਉੱਥੇ ਲੱਖਾ ਸਿਧਾਣਾ ਮੌਜੂਦ ਸੀ, ਉੱਥੇ ਦੀਪ ਸਿੱਧੂ ਮੌਜੂਦ ਸੀ, ਔਰ ਆਗੂ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਇਹਨਾਂ ਨੇ ਸਟੇਜ ਤੇ ਕਬਜ਼ਾ ਕਰ ਲਿਆ, ਮੋਬ ਨੂੰ ਇਹਨਾਂ ਨੇ ਬਰਗਲਾਇਆ, ਔਰ ਸਵੇਰੇ ਸਾਰੇ ਦੇ ਸਾਰੇ ਜਿਹੜੇ ਨੇ ਉਹ ਲਾਲ ਕਿਲੇ ਵੱਲ ਨੂੰ ਤੁਰ ਗਏ। ਜਦਕਿ ਸਾਡੀ ਮੀਟਿੰਗ ਪੁਲਿਸ ਨਾਲ ਹੋਈ ਸੀ, ਉਸ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਕਿ ਨਿਰਧਾਰਿਤ ਰੂਟ ਤੇ ਜਾਵਾਂਗੇ, ਦੂਜੇ ਰੂਟ ਤੇ ਨਹੀਂ ਜਾਵਾਂਗੇ। ਜਦਕਿ ਇਹਨਾਂ ਨੇ ਨਿਰਧਾਰਿਤ ਰੂਟ ਛੱਡ ਕੇ ਦੂਜਾ ਰੂਟ ਇਖਤਿਆਰ ਕੀਤਾ, ਕਿਉਂਕਿ ਇਹ ਇੱਕ ਪ੍ਰੋਪਰ ਸਾਜ਼ਿਸ਼ ਸੀ ਕਿ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਏ, ਕਮਜ਼ੋਰ ਕੀਤਾ ਜਾਏ, ਢਾਹ ਲਾਇਆ ਜਾਏ ਇਸ ਅੰਦੋਲਨ ਨੂੰ। ਉਹੀ ਗੱਲ ਆ ਵਿਨੀਤ ਜੀ ਕਿ ਜਿਹੜੀ ਇਸੇ ਗੱਲ ਤੇ ਆਪਾਂ ਹੁੰਦੇ ਆ ਕਿ ਆਪਾਂ ਜੇ ਆਪਣੇ ਆਪ ਹੀ ਆਪਣੇ ਨੌਜਵਾਨਾਂ ਨੂੰ ਉਹਨਾਂ ਦਾ ਕਸੂਰ ਕੱਢਣ ਲੱਗ ਜਾਂਗੇ ਤਾਂ ਪੁਲਿਸ ਦਾ ਤੇ ਸਰਕਾਰ ਦਾ ਉਹ ਤਾਂ ਬਹੁਤ ਪਹਿਲਾਂ ਹੀ ਚਾਹੁੰਦੇ ਕਿ ਸਾਨੂੰ ਅੰਦੋਲਨ ਦਾ ਕੋਈ ਵੀਕ ਪੁਆਇੰਟ ਮਿਲੇ ਤੇ ਅਸੀਂ ਇਹਨਾਂ ਦੇ ਅਸੀਂ ਕਿਸਾਨਾਂ ਨੂੰ ਇੱਥੋਂ ਵਾਪਸ ਕਿਸੇ ਤਰੀਕੇ ਨਾਲ ਪੰਜਾਬ ਭੇਜ ਦਈਏ ਤਾਂ ਕਿ ਇਹਨਾਂ ਦਾ ਅੰਦੋਲਨ ਖਰਾਬ ਹੋਵੇ। ਉੱਥੇ ਇਕੱਲਾ ਨਾ ਤਾਂ ਉੱਥੇ ਇਕੱਲਾ ਦੀਪ ਸੀਗਾ, ਨਾ ਉੱਥੇ ਇਕੱਲਾ ਲੱਖਾ ਸੀ। ਲੱਖੇ ਦੀ ਤਾਂ ਉਹ ਜਿਹੜੀ ਵੀਡੀਓ ਅਸੀਂ ਵੀ ਸਾਰਿਆਂ ਨੇ ਇੱਥੇ ਦੇਖੀ ਆ, ਲੱਖਾ ਬਹੁਤ ਬਾਅਦ ਚ ਗਿਆ ਉਸ ਜਿਹੜੀ ਸਟੇਜ ਤੇ। ਉਹ ਵੀ ਜਦੋਂ
ਉਹਨਾਂ ਨੂੰ ਫੋਨ ਕੀਤਾ ਗਿਆ ਕਿ ਜਦੋਂ ਨੌਜਵਾਨ ਜਿਹੜੇ ਸੀਗੇ ਉਹ ਭੜਕ ਚੁੱਕੇ ਸੀ ਉਸ ਟਾਈਮ, ਉਹਨਾਂ ਨੇ ਇੱਕ ਨੌਜਵਾਨ ਆਗੂ ਦੇ ਤੌਰ ਤੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਫੋਨ ਉੱਥੇ ਜਾ ਗਿਆ, ਕੇ ਕਿਸਦਾ ਫੋਨ ਗਿਆ, ਕਿਸਨੇ, ਮਨਿੰਦਰ ਜੀ ਕਿਸਨੇ ਫੋਨ ਕੀਤਾ ਉਹਨਾਂ ਨੂੰ, ਕੀ ਹਾਂਜੀ, ਪੂਰਾ ਮਾਮਲਾ ਸੀ? ਤੁਸੀਂ ਸਾਨੂੰ ਜਿੱਥੋਂ ਤੱਕ ਕਿ ਡੱਲੇਵਾਲ ਜੀ ਨੇ ਉਹਨਾਂ ਨੂੰ ਫੋਨ ਕੀਤਾ ਆ, ਉਹਨਾਂ ਨੂੰ ਕਿਹਾ ਹੈ ਕਿ ਉੱਥੇ ਨੌਜਵਾਨ ਜਿਹੜੇ ਭੜਕ ਚੁੱਕੇ ਆ, ਤੁਸੀਂ ਉਹਨਾਂ ਨੂੰ ਸ਼ਾਂਤ ਕਰੋ ਜਾ ਕੇ। ਤੇ ਉਹਨਾਂ ਨੇ ਆਪਦੀ ਡਿਊਟੀ ਸਮਝਦੇ ਹੋਏ ਉੱਥੇ ਸਾਡੀਆਂ ਬੀਬੀਆਂ, ਸਾਡੀਆਂ ਮਾਤਾਵਾਂ, ਭੈਣਾਂ ਵੀ ਸੀਗੀਆਂ ਉੱਥੇ ਮੋਰਚੇ ਦੇ ਵਿੱਚ, ਹੋਰ ਸਿਆਣੇ ਵੀ ਸੀਗੇ ਬਹੁਤ। ਹੁਣ ਇੰਨੇ ਇਕੱਠ ਦੇ ਵਿੱਚ ਮੈਂ ਕਹਿੰਦੀ ਜੇ ਤੁਸੀਂ ਜਾਂ ਮੇਰੇ ਵਰਗਾ ਵੀ ਕੋਈ ਇਨਸਾਨ ਹੋਵੇ, ਆਪਾਂ ਇੰਨੇ ਇਕੱਠ ਨੂੰ ਉੱਥੇ ਜਾ ਕੇ ਕੰਟਰੋਲ ਕਰਨਾ ਚਾਹੀਏ ਤਾਂ ਬਹੁਤ ਔਖਾ ਹੋ ਜਾਂਦਾ। ਤੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਨੌਜਵਾਨੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਆ। ਬਟ ਜੇ ਉੱਥੇ ਆਪਣੇ ਆਗੂ ਹੁੰਦੇ ਜਾਂ ਉੱਥੇ ਕੋਈ ਸਟੇਜ ਤੇ ਅਨਾਉਂਸਮੈਂਟ ਹੁੰਦੀ ਜਾਂ ਨੌਜਵਾਨੀ ਨੂੰ ਆਪਾਂ ਸ਼ਾਂਤ ਕਰ ਦਿੰਦੇ, ਜਾਂ ਹੋ ਸਕਦਾ ਕੋਈ ਉੱਥੇ ਸਾਨੂੰ ਨਹੀਂ ਪਤਾ ਵੀ ਸ਼ਰਾਰਤੀ ਅਨਸਰ ਹੋਣ ਜਾਂ ਵਿੱਚ ਕੋਈ ਜਾਣਬੁੱਝ ਕੇ ਜਾਂ ਕੋਈ ਖਰਾਬੀ ਕਰਨ ਦੀ ਕੋਸ਼ਿਸ਼ ਕਰਦਾ ਹੋਵੇ, ਬਟ ਉਹ ਚੀਜ਼ ਨੂੰ ਪਹਿਲਾਂ ਵਾਚਿਆ ਜਾਣਾ ਚਾਹੀਦਾ ਸੀ। ਯਾਨੀ ਤੁਸੀਂ ਮੰਨਦੇ ਹੋ ਕਿ ਜਿਹੜੇ ਇਸ ਅੰਦੋਲਨ ਨੂੰ ਲੀਡ ਕਰਨ ਵਾਲੇ ਕਿਸਾਨ ਆਗੂ ਹੈ ਉਹਨਾਂ ਦੀ ਅਣਗਹਿਲੀ ਰਹੀ ਹੈ? ਸਾਨੂੰ ਜਿੱਥੇ ਤੱਕ ਲੱਗਦਾ ਜੀ ਬਿਲਕੁਲ ਜਿਹੜੀ ਲੀਡਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਘਾਟ ਰਹੀ ਹੈ ਇਸ ਚੀਜ਼ ਦੀ। ਕਿਉਂਕਿ ਜਦੋਂ ਤੁਸੀਂ ਵੇਖੋ ਸਵੇਰੇ ਆਪਾਂ ਘਰ ਦੇ ਵਿੱਚ, ਮੈਂ ਕਹਿੰਦੀ ਕੋਈ ਫੰਕਸ਼ਨ ਹੋਵੇ ਨਾ ਜੀ, ਕੋਈ ਸਵੇਰੇ ਬਰਾਤ ਚੜ੍ਹਨੀ ਹੋਵੇ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਪਰਿਵਾਰ ਨੂੰ, ਤੇ ਉਹਨਾਂ ਨੂੰ ਹੁੰਦਾ ਕਿ ਅਸੀਂ ਆਪ ਦਾ ਜਿਹੜਾ ਪਰਿਵਾਰ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ ਤਿਆਰੀ 'ਚ ਰਹਿੰਦਾ ਹੈ। ਤੇ ਉਹ 26 ਵਾਲਾ ਦਿਨ ਤਾਂ ਆਪਣੇ ਲਈ ਬਹੁਤ ਵੱਡਾ ਦਿਨ ਸੀਗਾ। ਆਪਾਂ ਸਰਕਾਰ ਨਾਲ ਬਹੁਤ ਵੱਡੀ ਜੰਗ ਆਪਣੀ ਮਿੱਥੀ ਹੋਈ ਸੀ ਤੇ ਆਪਾਂ ਉਹ ਚੀਜ਼ ਨੂੰ ਅਣਗੌਲਿਆ ਨਹੀਂ ਸੀ ਕਰ ਸਕਦੇ। ਆਪਾਂ ਹੁਣ ਅੱਜ ਦੀ ਡੇਟ 'ਚ ਆਪਣੇ ਨੌਜਵਾਨਾਂ ਤੇ ਸਾਰਾ ਕਸੂਰ ਸਿੱਟੀ ਜਾਂਦੇ ਆ। ਕਿਸੇ ਇੱਕ ਇਨਸਾਨ ਦਾ, ਦੋ ਇਨਸਾਨ ਦਾ ਜੇ ਆਪਾਂ ਕਹਿ ਦਈਏ ਉਹਦੇ 'ਚ ਪਤਾ ਨਹੀਂ ਕਿੱਥੇ ਕੀ ਕਹਾਣੀ ਕਿਵੇਂ ਬਣੀ ਆ। ਇਹ ਹੁਣ ਸਿਰਫ ਐਵੇਂ ਬਿਆਨਬਾਜ਼ੀਆਂ ਦੇ ਕੇ ਅਸੀਂ ਆਪਣੇ ਅੰਦੋਲਨ ਨੂੰ ਖਰਾਬ ਕਰੀਏ, ਜਾਂ ਸਰਕਾਰ ਨੂੰ ਕੋਈ ਕਹਿੰਦੇ ਹੁੰਦੇ ਕਿ ਉਹਨੂੰ ਇਸ਼ਾਰਾ ਮਿਲੇ ਕਿ ਹਾਂਜੀ ਅਸੀਂ ਆਪਸ ਦੇ ਵਿੱਚ ਪਾੜ ਗਏ ਆ ਜਾਂ ਸਾਡੇ ਵਿੱਚ ਕੋਈ ਫੁੱਟ ਪੈ ਗਈ ਆ, ਤਾਂ ਉਹ ਗੱਲ ਚੰਗੀ ਨਹੀਂ ਹੈਗੀ। ਇਹ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜਿਹੜੇ ਆਗੂਆਂ ਦਾ ਉਹਨਾਂ ਨੂੰ ਸਹਾਰਾ ਚਾਹੀਦਾ। ਆਗੂ ਵੀ ਕੁਝ ਨਹੀਂ ਕਰ ਸਕਦੇ ਔਰ ਬਿਨਾਂ ਆਗੂਆਂ ਤੋਂ ਨੌਜਵਾਨਾਂ ਨੂੰ ਕੋਈ ਅਗਵਾਈ ਕਰਨ ਵਾਲਾ ਵੀ ਚਾਹੀਦਾ। ਸਾਰੇ ਇੱਕ ਦੂਜੇ ਨਾਲ ਏਕਤਾ ਬਣਾ ਕੇ ਰੱਖਣਗੇ ਤਾਂ ਹੀ ਉਹ ਮੋਰਚਾ ਜਿੱਤਿਆ ਜਾ ਸਕਦਾ। ਲੇਕਿਨ ਮਨਿੰਦਰ ਜੀ, ਦੀਪ ਦੀ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਨੇ, ਸਨੀ ਦਿਓਲ ਨਾਲ ਫੋਟੋਆਂ ਵਾਇਰਲ ਹੋਈਆਂ, ਬੀਜੇਪੀ ਆਗੂਆਂ ਨਾਲ ਫੋਟੋਆਂ ਵਾਇਰਲ ਹੋਈਆਂ, ਪ੍ਰਧਾਨ ਮੰਤਰੀ ਦੇ ਕਮਰੇ ਤੱਕ ਦੀਆਂ ਫੋਟੋਆਂ ਵਾਇਰਲ ਹੋਈਆਂ ਦੀਪ ਸਿੱਧੂ ਦੀ, ਤੁਹਾਨੂੰ ਲੱਗਦਾ ਨਹੀਂ ਦੀਪ ਸਿੱਧੂ ਦੀਆਂ ਜਿਹੜੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਇਸ਼ਾਰਾ ਕੁਝ ਹੋਰ ਕਰ ਰਹੀਆਂ ਨੇ ਉਹ? ਵਿਨੀ ਜੀ ਦੇਖੋ, ਤੁਸੀਂ ਮੀਡੀਆ ਨਾਲ ਜੁੜੇ ਹੋਏ ਹੋ, ਅਸੀਂ ਵੀ ਆਰਟਿਸਟ ਹਾਂ, ਰਾਈਟ? ਜਿੱਥੋਂ ਤੱਕ ਫੋਟੋਆਂ ਵਾਲੀ ਗੱਲ ਆ, ਕੋਈ ਸਾਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਹੀ ਵੱਡੀ ਗੱਲ ਆ। ਜੇ ਉਹ ਸਨੀ ਦਿਓਲ ਦੇ ਕਲੋਜ਼ ਹੋ ਸਕਦਾ ਹੈ ਜਾਂ ਸਨੀ ਦਿਓਲ ਦੇ ਜਦੋਂ ਮੂਵਮੈਂਟ ਸੀਗੀ, ਉਹਨਾਂ ਦੀ ਵੋਟਾਂ ਦੀ ਮੂਵਮੈਂਟ ਸੀਗੀ, ਉਹਦੇ ਵਿੱਚ ਉਹਨਾਂ ਦੇ ਨਾਲ ਰਹਿ ਸਕਦਾ ਆ, ਤਾਂ ਉਹਦੀਆਂ ਫੋਟੋਆਂ ਕਿਤੇ ਵੀ ਹੋ ਸਕਦੀਆਂ। ਸਨੀ ਦਿਓਲ ਦੇ ਨਾਲ ਸੀ ਉਹ ਕੋਈ ਸਪੈਸ਼ਲ ਤਾਂ ਮਿਲਣ ਕਿਸੇ ਨੂੰ ਗਿਆ ਨਹੀਂ ਹੋਣਾ। ਜਿੱਥੋਂ ਤੱਕ ਸਾਨੂੰ ਲੱਗਦਾ ਸਾਡੇ ਆਪ ਦੇ ਵਿਚਾਰ ਨੇ, ਹਰੇਕ ਦੇ ਵਿਚਾਰ ਅਲੱਗ-ਅਲੱਗ ਹੋ ਸਕਦੇ ਨੇ। ਅਸੀਂ ਇਸ ਚੀਜ਼ ਤੋਂ ਇਨਕਾਰ ਨਹੀਂ ਕਰਦੇ ਕਿ ਹਾਂ ਫਲਾਣੇ ਦਾ ਫੋਟੋਆਂ ਹਰੇਕ ਦੀਆਂ ਹੋ ਸਕਦੀਆਂ ਨੇ। ਅਸੀਂ ਆਰਟਿਸਟ ਹਾਂ, ਆਰਟਿਸਟ ਦੀ ਫੋਟੋ ਕਿਤੇ ਵੀ ਹੋ ਸਕਦੀ, ਕਿਸੇ ਨਾਲ ਵੀ ਹੋ ਸਕਦੀ, ਕਿਸੇ MP ਨਾਲ ਹੋ ਸਕਦੀ ਹੈ, ਕਿਸੇ ਪਿੰਡ ਦੇ ਸਰਪੰਚ ਨਾਲ ਹੋ ਸਕਦੀ, ਤੁਸੀਂ ਕਿਤੇ ਵੀ ਜਾਂਦੇ ਹੋ, ਤੁਹਾਡੀ ਫੋਟੋ ਕਿਤੇ ਵੀ ਹੋ ਸਕਦੀ ਆ। ਉਹ ਜਿਹੜਾ ਹੈਗਾ ਉਹ ਸਨੀ ਦਿਓਲ ਦੇ ਨਾਲ ਉਹਦਾ ਇੱਕ ਰਿਲੇਸ਼ਨ, ਭਾਵੇਂ ਉਹ ਇੱਕ ਭਰਾ ਬੰਦੀ ਸੀਗੀ, ਭਾਵੇਂ ਉਹਦਾ ਫਰੈਂਡਸ਼ਿਪ ਸੀਗੀ, ਕੁਛ ਵੀ ਸੀ, ਉਸ ਚੀਜ਼ ਨੂੰ ਲੈ ਕੇ ਜਿਹੜੀਆਂ ਉਹਦੀਆਂ ਫੋਟੋਆਂ ਜਿਹੜੀ ਵਾਇਰਲ ਹੋਈਆਂ, ਉਸ ਚੀਜ਼ ਨੂੰ ਆਪਾਂ ਮੁੱਖ ਰੱਖ ਕੇ ਸਿਰਫ ਇਸ ਗੱਲ ਨੂੰ ਤਾਂ ਆਪਾਂ ਕਿਸੇ ਨੂੰ ਦੋਸ਼ੀ ਨਹੀਂ ਬਣਾ ਸਕਦੇ। ਲੇਕਿਨ ਮਨਿੰਦਰ ਜੀ ਇੱਥੇ ਤੁਹਾਨੂੰ ਟੋਕਣਾ ਚਾਹੂੰਗਾ, ਤੁਸੀਂ ਕਹਿ ਰਹੇ ਕਿ ਆਪਾਂ ਇੱਥੇ ਦੋਸ਼ੀ ਨਹੀਂ ਬਣਾ ਸਕਦੇ, ਤੁਸੀਂ ਡਿਫੈਂਡ ਕਰ ਰਹੇ ਹੋ, ਲੇਕਿਨ ਵੱਡਾ ਸਵਾਲ ਜਿਹੜਾ ਹੈ ਕਿ ਜਦੋਂ ਸ਼ੰਭੂ ਮੋਰਚਾ ਲੱਗਿਆ ਸੀ, ਤੁਹਾਨੂੰ ਯਾਦ ਹੋਊਗਾ, ਤੁਸੀਂ ਸ਼ੰਭੂ ਮੋਰਚੇ ਦੀ ਵੀ ਤਸਵੀਰਾਂ ਵੇਖੀਆਂ ਸੀ, ਉੱਥੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਹੋ ਰਿਹਾ ਸੀ ਔਰ ਉੱਥੇ ਸਭ ਤੋਂ ਜ਼ਿਆਦਾ ਦੀਪ ਸਿੱਧੂ ਨਜ਼ਰ ਆਉਂਦਾ ਸੀ, ਸਟੇਜਾਂ ਦੇ ਉੱਪਰ ਵੀ ਨਜ਼ਰ ਆਉਂਦਾ ਸੀ, ਹੋਰ ਕੋਈ ਕਲਾਕਾਰ ਉੱਥੇ ਨਜ਼ਰ ਨਹੀਂ ਆਇਆ। ਦੀਪ ਸਿੱਧੂ ਉੱਥੇ ਵੱਧ ਚੜ ਕੇ ਬਿਆਨਬਾਜ਼ੀਆਂ ਵੀ ਕਰਦਾ ਨਜ਼ਰ ਆਇਆ ਔਰ ਇਹ ਵੀ ਮੋਹਰ ਲੱਗੀ ਸੀ ਕਿ ਖਾਲਿਸਤਾਨ ਨੂੰ ਪ੍ਰਮੋਟ ਕਰ ਰਿਹਾ ਸ਼ੰਭੂ ਮੋਰਚਾ ਦੇ ਉੱਪਰ ਜਿਹੜੀ ਇੱਕ ਸਟੇਜ ਲੱਗੀ ਹੋਈ ਸੀ। ਜੀ ਹਾਂ, ਆਪਾਂ ਸਿਰਫ ਗੱਲ ਫੋਟੋਆਂ ਦੀ ਕਰ ਰਹੇ ਹਾਂ ਕਿ ਜੇ ਆਪਾਂ ਫੋਟੋਆਂ ਦੇ ਆਧਾਰ ਤੇ ਕਿਸੇ ਨੂੰ ਕਹੀਏ ਕਿ ਕੋਈ ਦੋਸ਼ੀ ਹੈ ਜਾਂ ਕੋਈ ਨਿਰਦੋਸ਼ ਹੈ, ਉਹ ਗੱਲ ਕੋਈ ਬਾਹਲੀ ਜੱਚਦੀ ਨਹੀਂ ਹੈਗੀ। ਫੋਟੋਆਂ ਤਾਂ ਹੁਣ ਸਾਡੇ ਆਗੂਆਂ ਦੀਆਂ ਫੋਟੋਆਂ ਪਤਾ ਨਹੀਂ ਕਿੰਨਾ ਨਾਲ ਹੋਣਗੀਆਂ, ਤੇ ਉੱਥੇ ਆਮ ਜਨਤਾ ਦੇ ਵਿੱਚੋਂ ਬਹੁਤ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ ਫੋਟੋਆਂ ਪਤਾ ਨਹੀਂ ਕਿਹੜੇ ਕਈਆਂ ਮੰਤਰੀਆਂ ਨਾਲ ਹੋਣਗੀਆਂ, ਕਈਆਂ ਦੇ ਫੈਮਿਲੀ ਮੈਂਬਰ ਉੱਥੇ ਬੈਠੇ ਨੇ। ਸਿਰਫ ਫੋਟੋਆਂ ਦੇ ਆਧਾਰ ਤੇ ਨਹੀਂ,
ਬਟ ਹਾਂ ਜੇ ਕੋਈ ਕਿਸੇ ਨੇ ਜਾਣਬੁੱਝ ਕੇ ਕੁਛ ਸ਼ਰਾਰਤ ਕੀਤੀ ਹੋਊਗੀ ਜਾਂ ਕੋਈ ਸਾਜ਼ਿਸ਼ ਦੇ ਜਾਂ ਕੋਈ ਪਹਿਲਾਂ ਕੁਛ ਸਾਰਾ ਇਹ ਮਿਥਿਆ ਹੋਊਗਾ ਤਾਂ ਉਹ ਸੱਚ ਸਾਹਮਣੇ ਆ ਹੀ ਜਾਊਗਾ। ਔਰ ਜੇ ਚਲੋ ਕਿਸੇ ਨੇ ਉਹ ਗਲਤੀ ਕੀਤੀ ਹੈ ਇਨਵੈਸਟੀਗੇਸ਼ਨ ਦਾ ਉਹ ਤੇ ਇਨਵੈਸਟੀਗੇਸ਼ਨ ਦਾ ਮੈਟਰ ਹੈ, ਲੇਕਿਨ ਇੱਕ ਖਬਰ ਪਿਛਲੇ 2 ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ। ਹਾਲਾਂਕਿ ਆਪਾਂ ਉਸ ਖਬਰ ਨੂੰ ਪੁਸ਼ਟੀ ਨਹੀਂ ਕਰ ਰਹੇ, ਆਪਾਂ ਹਜੇ ਵੀ ਇਹ ਕਹਿ ਰਹੇ ਹਾਂ ਕਿ ਲੱਖਾ ਸਿਧਾਣਾ ਨੂੰ ਲੈ ਕੇ ਜਿਹੜੀਆਂ ਪੋਸਟਾਂ ਪਾਈਆਂ ਜਾ ਰਹੀਆਂ ਕਿ ਉਹ ਗ੍ਰਿਫਤਾਰ ਨਹੀਂ ਹੋਇਆ, ਉਹ ਪੋਸਟਾਂ ਕਿਸੇ ਹੱਦ ਤੱਕ ਕਿਤੇ ਨਾ ਕਿਤੇ ਸਹੀ ਹੋ ਸਕਦੀਆਂ, ਕਿਉਂਕਿ ਪੁਲਿਸ ਅਜੇ ਤੱਕ ਡਿਸਕਲੋਜ਼ ਨਹੀਂ ਕਰ ਪਾਈ ਕਿ ਲੱਖਾ ਸਿਧਾਣਾ ਗ੍ਰਿਫਤਾਰ ਹੋਇਆ ਜਾਂ ਨਹੀਂ। ਕਿਆ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਲੱਗ ਪਾਈ ਹੈ? ਕਿਉਂਕਿ ਬਾਹਰਲੇ ਕਾਫੀ ਇੰਟਰਸਟ ਲੈਂਦੇ ਆ ਇਸ ਤਰ੍ਹਾਂ ਦੀ ਖਬਰਾਂ ਤੇ ਉਹਨਾਂ ਨੂੰ ਜਾਣਕਾਰੀ ਸਾਡੇ ਤੋਂ ਪਹਿਲਾਂ ਮਿਲ ਜਾਂਦੀ ਹੈ। ਨਹੀਂ ਜੀ, ਜਿੱਥੋਂ ਤੱਕ ਸਾਡੇ ਤੱਕ ਖਬਰਾਂ ਪਹੁੰਚੀਆਂ ਨੇ ਲੱਖੇ ਦੀ ਗ੍ਰਿਫਤਾਰੀ ਨਹੀਂ ਹੋਈ ਹੈਗੀ। ਪਰਮਾਤਮਾ ਕਰੇ ਜਿੱਥੇ ਵੀ ਹੋਵੇ ਉਹ ਚੜ੍ਹਦੀ ਕਲਾ ਵਿੱਚ ਹੀ ਹੋਵੇ। ਔਰ ਜੇ ਏਦਾਂ ਦੀ ਕੋਈ ਨਿਊਜ਼ ਹੁੰਦੀ ਤਾਂ ਹੁਣ ਤੱਕ ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਹੈਗੇ ਨੇ ਇੱਥੋਂ ਤੱਕ ਸਾਡੇ ਤੱਕ ਜ਼ਰੂਰ ਪਹੁੰਚੀ ਹੁੰਦੀ ਉਹ, ਤੇ ਜਿਹੜੀ ਫੇਕ ਨਿਊਜ਼ ਹੁੰਦੀ ਉਹਦਾ ਵੀ ਪਤਾ ਲੱਗ ਜਾਂਦਾ ਜੀ, ਜਿਹੜੀ ਅਸਲੀਅਤ ਕਦੋਂ ਤੱਕ ਛਿਪਦੀ ਨਹੀਂ ਹੈਗੀ। ਤੇ ਦੂਜਾ ਨੰਬਰ ਗ੍ਰਿਫਤਾਰੀ ਹੋਈ ਨਹੀਂ ਹੋਈ ਉਹ ਤਾਂ ਬਾਅਦ ਦੀ ਗੱਲ ਹੈ ਜੀ। ਪਹਿਲੀ ਗੱਲ ਤਾਂ ਸਾਨੂੰ ਇਸ ਗੱਲ ਦਾ ਹੀ ਦੁੱਖ ਆ ਕਿ ਲੱਖੇ ਦੀ ਗ੍ਰਿਫਤਾਰੀ ਕਿਹੜੇ ਕੰਮ ਕਰਕੇ ਹੋਣੀ ਚਾਹੀਦੀ ਹੈ, ਉਹਨੇ ਇਹੋ ਜਿਹਾ ਕੀ ਗਲਤੀ ਕਰਤੀ ਕਿ ਉਹਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਅਸੀਂ ਉਹਦੀ ਗ੍ਰਿਫਤਾਰੀ ਦੇ ਹੱਕ ਵਿੱਚ ਹੀ ਨਹੀਂ, ਅਸੀਂ ਤਾਂ ਆਗੂਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹਦੇ ਤੇ ਜਿਹੜਾ ਇਹ ਪਰਚਾ ਜੋ ਵੀ ਤੁਸੀਂ ਤੁਹਾਨੂੰ ਪਤਾ ਹੈ ਕਿ ਕਿਹੜੀਆਂ ਧਾਰਾਵਾਂ ਲੱਗੀਆਂ ਨੇ, ਉਹਦਾ ਪਰਚਾ ਰੱਦ ਹੋਣਾ ਚਾਹੀਦਾ। ਉਹਦਾ ਹੀ ਕੀ, ਜਿਹੜੇ ਹੋਰ ਸਾਡੇ ਨੌਜਵਾਨ ਉੱਥੇ ਸਾਡੀਆਂ ਭੈਣਾਂ ਸਾਡੇ ਵੀਰ ਜਿੰਨੇ ਵੀ ਨੇ, ਜਿੰਨੇ ਬੇਕਸੂਰ ਜਿੰਨਿਆਂ ਤੇ ਪਰਚੇ ਹੋਏ ਨੇ ਸਾਰਿਆਂ ਦੇ ਰੱਦ ਹੋਣੇ ਚਾਹੀਦੇ। ਇਹ ਸਾਡੇ ਜਥੇਬੰਦੀਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਜੇ ਏਦਾਂ ਸਾਡੇ ਨੌਜਵਾਨ ਨੂੰ ਚੱਕ ਕੇ ਜੇਲ੍ਹਾਂ 'ਚ ਸਿੱਟਣ ਲੱਗ ਜਾਣਗੇ ਤਾਂ ਫਿਰ ਕੱਲ ਨੂੰ ਮੋਰਚੇ ਨੂੰ ਖਾਲੀ ਕਰਨ ਦੇ ਵਿੱਚ ਬਹੁਤਾ ਟਾਈਮ ਨਹੀਂ ਲੱਗੂਗਾ ਸਰਕਾਰ ਨੂੰ। ਉਹਦੇ ਲਈ ਸਟੈਂਡ ਲੈਣਾ ਚਾਹੀਦਾ ਸਾਰਿਆਂ ਨੂੰ। ਲੇਕਿਨ ਜਥੇਬੰਦੀਆਂ ਤੇ ਸਟੈਂਡ ਕਲੀਅਰ ਕਰ ਚੁੱਕੀਆਂ ਕਿ 26 ਤਰੀਕ ਨੂੰ ਜੋ ਵੀ ਘਟਨਾ ਹੋਈ ਉਹ ਜ਼ਿੰਮੇਦਾਰ ਨਹੀਂ ਹੈ। ਉਹ ਤੇ ਇਹ ਵੀ ਕਹਿ ਚੁੱਕੇ ਨੇ ਕਿ ਆ ਸਾਡਾ ਹਿੱਸਾ ਵੀ ਨਹੀਂ ਸੀ। ਹਾਂ, ਜਿਹੜਾ ਉਹੀ ਆਪਾਂ ਗੱਲਾਂ ਕਰ ਰਹੇ ਹਾਂ ਵਨੀਤ ਜੀ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਕਿਸੇ ਨੂੰ ਗਲਤ ਨਹੀਂ ਠਹਿਰਾ ਰਹੀਆਂ। ਕੁਛ ਕੁ ਜਥੇਬੰਦੀਆਂ ਨੇ, ਕੁਛ ਜਿਹੜੇ ਦੋਸ਼ ਦੇ ਰਹੇ ਨੇ, ਸਾਰੇ ਜਥੇਬੰਦੀਆਂ ਨਹੀਂ ਕਹਿ ਰਹੇ ਕਿ ਹਾਂ ਇਹ ਕਸੂਰ ਇਹਨਾਂ ਦਾ ਹੀ ਹੈ। ਸਾਰਿਆਂ ਦਾ ਕਸੂਰ ਕਿਹਦਾ ਹੈਗਾ ਕਿਹਦਾ ਨਹੀਂ ਹੈ ਉਹ ਤਾਂ ਸਾਰਾ ਜੋ ਵੀ ਹੈਗਾ ਜੀ ਇਨਵੈਸਟੀਗੇਸ਼ਨ 'ਚ ਹੋ ਹੀ ਜਾਣਾ, ਸਾਹਮਣੇ ਕਲੀਅਰ ਹੀ ਆ ਜਾਣਾ ਹੈ। ਬਟ ਜਿਹੜੀ ਮੇਨ ਇਸ ਟਾਈਮ ਜਿਹੜੀ ਗੱਲ ਹੈਗੀ ਆ ਉਹ ਏਕਤਾ ਬਣਾ ਕੇ ਰੱਖਣ ਦੀ ਹੈ, ਇੱਕ ਦੂਜੇ ਦੇ ਉੱਤੇ ਦੋਸ਼ ਦੇਣ ਦੀ ਨਹੀਂ ਆ ਕਿ ਹਾਂਜੀ ਇਹਨਾਂ ਦੀ ਗਲਤੀ ਕਰਕੇ ਇਹ ਹੋ ਗਿਆ ਜਾਂ ਸਾਨੂੰ, ਕਿਉਂਕਿ ਇਹਦੇ ਨਾਲ ਮੋਰਚਾ ਆਪਣਾ ਹੀ ਖਰਾਬ ਹੋਣਾ ਹੈ, ਕਿਸੇ ਸਰਕਾਰ ਦਾ ਤਾਂ ਕੁਝ ਨਹੀਂ ਜਾਣਾ ਹੈਗਾ। ਹਾਂ ਮਨਿੰਦਰ ਜੀ, ਤੁਸੀਂ ਕਹਿ ਰਹੇ ਹੋ ਤੁਹਾਨੂੰ ਤੁਹਾਨੂੰ ਜਾਣਕਾਰੀ ਮਿਲ ਪਾ ਰਹੀ ਹੈ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਨਹੀਂ ਹੋਈ। ਆਖਿਰ ਫਿਰ ਇਹ ਅਫਵਾਹ ਕਿਸ ਤਰ੍ਹਾਂ ਫੈਲੀ? ਕੀ ਮਾਮਲਾ ਸੀ ਪ੍ਰੋਪਰ? ਕਿਸ ਤਰ੍ਹਾਂ ਅਫਵਾਹ ਉੱਠੀ? ਕੀ ਉਸ ਦਿਨ ਹੋਇਆ? ਕਿਆ ਇਸ ਬਾਰੇ ਕੋਈ ਜਾਣਕਾਰੀ ਲੱਗ ਪਾਈ ਹੈ? ਜਿੱਥੋਂ ਤੱਕ ਸਾਨੂੰ ਰਿਪੋਰਟ ਮਿਲੀ ਹੈ ਜੀ, ਸ਼ਾਇਦ ਕਿਸੇ ਨਿਊਜ਼ ਚੈਨਲ ਨੇ ਕਹਿੰਦੇ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੇ ਸ਼ਾਇਦ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੋਈ ਸੀ ਕਿ ਕੋਈ ਸ਼ਾਇਦ ਉਹਨਾਂ ਨੂੰ ਲੱਗਦਾ ਸੀਗਾ ਕਿ ਲੱਖੇ ਨੂੰ ਇਸ ਤਰੀਕੇ ਨਾਲ ਅਰੈਸਟ ਕੀਤਾ ਜਾ ਸਕਦਾ ਹੈਗਾ, ਜਿੱਥੋਂ ਤੱਕ ਸਾਨੂੰ ਖਬਰਾਂ ਪਹੁੰਚੀਆਂ ਨੇ। ਤੇ ਬਟ ਜੇ ਕਿਸੇ ਨਿਊਜ਼ ਚੈਨਲ ਨੇ ਇਹੋ ਜਿਹੀ ਗੰਦੀ ਸਾਜ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਕਿਉਂਕਿ ਤੁਸੀਂ ਦੇਖਦੇ ਹੋ ਕਿ ਲੱਖੇ ਦੀਆਂ ਇੰਟਰਵਿਊਜ਼ ਅਲੱਗ-ਅਲੱਗ ਚੈਨਲਸ ਤੇ ਹੁੰਦੀਆਂ ਨੇ, ਅਲੱਗ-ਅਲੱਗ ਚੈਨਲ ਵਾਲੇ ਉਹਨਾਂ ਦੇ ਨਾਲ ਜਿਹੜੇ ਕੰਟੈਕਟ ਕਰਦੇ ਨੇ। ਪਰ ਜੇ ਕਿਸੇ ਨੇ ਜਾਣ ਕੇ ਕਿਸੇ ਸਾਜ਼ਿਸ਼ ਦੇ ਅਧੀਨ ਉਹਨਾਂ ਨੂੰ ਫਸਾਉਣ ਦੀ ਜਾਂ ਗ੍ਰਿਫਤਾਰ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਬਹੁਤ ਹੀ ਨਿੰਦਣਯੋਗ ਹੈਗੀ ਇਹ ਗੱਲ, ਕਿਉਂਕਿ ਪਤਾ ਨਹੀਂ ਉਹਨਾਂ ਦੀ ਕੀ ਮਨਸ਼ਾ ਹੈਗੀ ਹੈ ਜਾਂ ਸਿਰਫ ਆਪਦੀ TRP ਦੇ ਲਈ ਕਿਸੇ ਨੇ ਇਹ ਕੀਤਾ ਹੈਗਾ। ਤੇ ਕੋਈ ਨਹੀਂ, ਉਹ ਵੀ ਕਲੀਅਰ ਹੋ ਹੀ ਜਾਊਗਾ ਜੀ। ਯਾਨੀ ਲੱਖਾ ਸਿਧਾਣਾ ਨੂੰ ਇੰਟਰਵਿਊ ਲਈ ਬੁਲਾਇਆ ਔਰ ਉਸ ਦੀ ਸੂਹ ਪੁਲਿਸ ਨੂੰ ਦੇਤੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਸਾਨੂੰ ਜਿੱਥੋਂ ਤੱਕ ਸਾਡੇ ਕੋਲ ਰਿਪੋਰਟ ਹੈਗੀ ਜੀ, ਕਿਸੇ ਨੇ ਜਿੱਦਾਂ ਕਹਿੰਦੇ ਆ ਕਿ ਇਹ ਕਿਸੇ ਦੀ ਕੋਸ਼ਿਸ਼ ਸੀਗੀ ਏਦਾਂ, ਕਿਉਂਕਿ ਇਹ ਬਹੁਤ ਈਜ਼ੀ ਹੋ ਜਾਂਦਾ ਹੈ ਜਦੋਂ ਤੁਸੀਂ ਕਿਸੇ ਤੇ ਭਰੋਸਾ ਕਰਦੇ ਹੋ ਤੇ ਤੁਹਾਨੂੰ ਕੋਈ ਕਾਲ ਕਰਕੇ ਬੁਲਾਵੇ ਜਾਂ ਕਿਸੇ ਵੀ ਇੰਟਰਵਿਊ ਲਈ ਬੁਲਾਵੇ ਜਾਂ ਕਿਸੇ ਗੱਲਬਾਤ ਲਈ ਬੁਲਾਵੇ। ਤੇ ਬਟ ਬਾਕੀ ਹਲੇ ਅਸੀਂ ਕੁਝ ਕਲੀਅਰ ਹਲੇ ਕਹਿੰਦੇ ਹੁੰਦੇ ਇਸ ਮਾਮਲੇ 'ਚ ਕਹਿਣਾ ਠੀਕ ਵੀ ਨਹੀਂ ਗਾ। ਕੋਈ ਗੱਲ ਨਹੀਂ, ਉਹ ਵੀ ਕਲੀਅਰ ਹੋ ਹੀ ਜਾਊਗਾ ਜੀ। ਜਿੱਥੇ ਤੱਕ ਇਹ ਨਿਊਜ਼ ਫੇਕ ਨਿਕਲੀ ਆ ਤਾਂ ਬਾਕੀ ਵੀ ਸਾਰਾ ਕੁਝ ਪਤਾ ਲੱਗ ਗਿਆ। ਯਾਨੀ ਮਨਿੰਦਰ ਜੀ, ਸਿੱਧੇ ਤੌਰ ਤੇ ਕਹੀਏ ਤੁਸੀਂ ਇਹ ਮੰਗ ਵੀ ਕਰ ਰਹੇ ਹੋ ਔਰ ਇਹ ਗੱਲ ਵੀ ਕਰ ਰਹੇ ਹੋ ਕਿ ਜਿਹੜੇ ਵੀ ਸਾਡੇ ਨੌਜਵਾਨ ਫਿਲਹਾਲ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਹੈ ਜਾਂ ਜਿਨ੍ਹਾਂ ਤੇ ਪਰਚੇ ਪਾਏ ਗਏ ਨੇ, ਉਹਨਾਂ ਦੇ ਹੱਕ ਪੱਕੀ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਖੜੀਆਂ ਹੋਣ
ਉਹਨਾਂ ਨੂੰ ਰਿਹਾ ਕਰਾਉਣ ਔਰ ਉਹਨਾਂ ਦੀ ਕਾਨੂੰਨੀ ਲੜਾਈ ਲੜਨ ਦਾ ਕੰਮ ਕਰਨ ਤਾਂ ਕਿ ਮੋਰਚਾ ਹੋਰ ਮਜ਼ਬੂਤ ਹੋ ਸਕੇ। ਬਿਲਕੁਲ ਜੀ, ਬਿਲकुल ਜਿੰਨੇ ਵੀ ਸਾਡੇ ਨੌਜਵਾਨ ਨੇ, ਜਿੰਨੇ ਸਾਡੇ ਬਜ਼ੁਰਗ ਨੇ ਉੱਥੇ ਜਿਹੜੇ ਕੁਛ ਜਿਨ੍ਹਾਂ ਦੀ ਰਿਹਾਈ ਹੋਈ, ਅਸੀਂ ਦੇਖਿਆ ਕਿ 70 80 ਸਾਲ ਦੇ ਸਾਡੇ ਬਜ਼ੁਰਗ ਨੇ ਜਿਹੜੇ ਜੇਲ੍ਹਾਂ ਦੇ ਵਿੱਚੋਂ ਹੁਣ 1-2 ਦਿਨ ਪਹਿਲਾਂ ਜਿਹੜੇ ਹੈਗੇ ਰਿਹਾ ਹੋ ਕੇ ਆਏ ਨੇ ਉੱਥੋਂ। ਸਾਨੂੰ ਦੇਖ ਕੇ ਇੱਥੋਂ ਸਾਡਾ ਮਨ ਭਰ ਆਉਂਦਾ ਉਹਨਾਂ ਨੂੰ ਵੇਖ ਕੇ ਕਿ ਆਹ ਉਮਰ ਉਹਨਾਂ ਦੀ ਜੇਲ੍ਹਾਂ ਵਿੱਚ ਜਾਣ ਦੀ ਨਹੀਂ ਹੈਗੀ। ਇਹ ਉਮਰ ਉਹਨਾਂ ਦੀ ਸੁੱਖ ਭੋਗਣ ਦੀ ਸੀ। ਇੱਕ ਸਰਕਾਰ ਦੀਆਂ ਗੰਦੀਆਂ ਨੀਤੀਆਂ ਦੇ ਕਰਕੇ ਜਿਹੜੀ ਸਾਡੇ ਪੰਜਾਬ ਦੇ ਲੋਕ ਨੇ, ਹਰਿਆਣਾ, ਯੂਪੀ, ਜਿੰਨੇ ਵੀ ਸਾਡੇ ਉੱਥੇ ਇੰਡੀਆ ਦੇ ਵਿੱਚ ਜਿੰਨਾ ਕਿਸਾਨੀ ਸੰਘਰਸ਼ ਦੇ ਵਿੱਚ ਜਿੰਨੇ ਵੀ ਸ਼ਮੂਲੀਅਤ ਕਰ ਰਹੇ ਨੇ ਲੋਕ, ਉਹਨਾਂ ਨੂੰ ਇੱਕ ਇਸ ਸਰਕਾਰ ਦੀ ਜਿਹੜੀ ਹੈਗੀ ਹੈ ਗੰਦੇ ਸਿਸਟਮ ਦੇ ਕਰਕੇ ਉੱਥੇ ਬੈਠਣਾ ਪੈ ਗਿਆ। ਨਹੀਂ ਤਾਂ ਕਿਹਦਾ ਜੀ ਕਰਦਾ ਜੀ ਆਪਣਾ ਘਰ-ਬਾਰ ਛੱਡ ਕੇ ਤੇ ਏਦਾਂ ਸੜਕਾਂ ਦੇ ਉੱਤੇ ਇੰਨੀ ਠੰਡ ਦੇ ਵਿੱਚ ਔਰ ਇਸ ਤਰੀਕੇ ਦੇ ਨਾਲ ਜਿਹੜਾ ਸੰਘਰਸ਼ ਕਰਨ ਦਾ। ਇਹ ਕੋਈ ਨਾ ਤਾਂ ਕੋਈ ਮਾਂ ਪਿਓ ਨਹੀਂ ਚਾਹੁੰਦਾ ਕਿ ਮੇਰਾ ਧੀ ਪੁੱਤ ਕੋਈ ਜਿਹੜਾ ਹੈਗਾ ਉਹ ਸੜਕਾਂ ਦੇ ਉੱਤੇ ਰੁਲੇ, ਤੇ ਨਾ ਹੀ ਕਿਸੇ ਬਜ਼ੁਰਗ ਦੀ ਇਹੋ ਜਿਹੀ ਅਵਸਥਾ ਹੁੰਦੀ ਕਿ ਉਹ ਇਹੋ ਜਿਹੇ ਟਾਈਮ ਦੇ ਵਿੱਚੋਂ ਲੰਘੇ। ਮਨਿੰਦਰ ਜੀ, ਹੁਣ ਤੁਹਾਨੂੰ ਕੀ ਲੱਗਦਾ, ਜਲਦੀ ਕੀ ਹੱਲ ਹੈ? ਰਿਹਾਈ ਹੋਣੀ ਚਾਹੀਦੀ ਔਰ ਜਿਨ੍ਹਾਂ ਤੇ ਪਰਚੇ ਕੀਤੇ ਉਹਨਾਂ ਦੇ ਪਰਚੇ ਰੱਦ ਹੋਣੇ ਚਾਹੀਦੇ। ਔਰ ਮੈਂ ਤਾਂ ਆਪਣੀ ਪੰਜਾਬ ਦੇ ਜਿੰਨੇ, ਹਰਿਆਣਾ ਦੇ ਜਿੰਨੇ ਵੀ ਉੱਥੇ ਮੋਰਚੇ ਤੇ ਸ਼ਾਮਿਲ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਨੌਜਵਾਨ ਨੇ, ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਕਿ ਤੁਸੀਂ ਇਕਜੁੱਟ ਹੋ ਜਾਓ। ਤੁਸੀਂ ਇਕਜੁੱਟ ਹੋ ਕੇ ਜਿਹੜੇ ਹੈਗੇ ਨੇ ਕੋਸ਼ਿਸ਼ ਕਰੋ ਕਿ ਜਿੰਨੇ ਵੀ ਸਾਡੇ ਵੀਰਾਂ ਤੇ ਭੈਣਾਂ ਤੇ ਪਰਚੇ ਹੋਏ ਨੇ ਉਹ ਰੱਦ ਹੋ ਸਕਣ। ਮਨਿੰਦਰ ਜੀ, ਕੀ ਲੱਗਦਾ ਹੁਣ ਹੱਲ ਕੀ ਹੈ ਇਸ ਅੰਦੋਲਨ ਦਾ? ਕਿਉਂਕਿ ਲਗਾਤਾਰ ਸੰਘਰਸ਼ ਤਿੱਖਾ ਹੁੰਦਾ ਤੇ ਨਜ਼ਰ ਆ ਰਿਹਾ ਹੈ, ਕਈ ਥਾਵਾਂ ਤੇ ਮਜ਼ਬੂਤੀ ਮਿਲਦੀ ਵੀ ਨਜ਼ਰ ਆ ਰਹੀ ਹੈ, ਲੇਕਿਨ ਸਰਕਾਰ ਕਲੀਅਰ ਕਹਿ ਚੁੱਕੀ ਹੈ ਕਿ ਆਪਾਂ ਜਿਹੜਾ ਤੁਹਾਨੂੰ ਪ੍ਰਪੋਜ਼ਲ ਦਿੱਤਾ, ਜੇਕਰ ਉਸ ਤੇ ਤੁਸੀਂ ਵਿਚਾਰ ਵਟਾਂਦਰਾ ਕਰਨਾ ਤੇ ਸਾਡੇ ਨਾਲ ਆ ਜਾਓ, ਨਹੀਂ ਤੇ ਆਪਾਂ ਇਸ ਤੋਂ ਇਲਾਵਾ ਤੁਹਾਡੇ ਲਈ ਹੋਰ ਕੁਝ ਨਹੀਂ ਕਰ ਸਕਦੇ। ਇਹ ਤਾਂ ਜੀ ਹੁਣ ਸਾਡੇ ਜਿਹੜੇ ਆਗੂ ਨੇ, ਆਗੂ ਸਾਹਿਬਾਨ ਨੇ, ਉਹਨਾਂ ਨੂੰ ਆਪਣੀ ਰਣਨੀਤੀ ਬਣਾਉਣੀ ਪਊਗੀ ਕਿ ਸਰਕਾਰ ਨੂੰ ਕਿਸ ਤਰੀਕੇ ਨਾਲ ਅਸੀਂ ਮਨਾ ਸਕਦੇ ਹਾਂ, ਕਿਸ ਤਰੀਕੇ ਨਾਲ ਅਸੀਂ ਆਪਣੇ ਬਿੱਲ ਰੱਦ ਕਰਾਉਣੇ ਆ। ਇਹ ਹੁਣ ਇਹਨਾਂ ਦੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਆ। ਇਹ ਬਾਕੀ ਇਹ ਛੋਟੀਆਂ ਗੱਲਾਂ ਵਿੱਚ ਪੈ ਕੇ ਇੱਕ ਦੂਜੇ ਦੇ ਦੂਸ਼ਣਬਾਜ਼ੀ ਕਰਕੇ ਆਪਾਂ ਜਿਹੜਾ ਮੋਰਚਾ ਨਹੀਂ ਜਿੱਤ ਸਕਦੇ। ਉਹਨਾਂ ਨੂੰ ਜਿੱਦਾਂ ਸਰਕਾਰ ਸਾਨੂੰ ਬੇਵਕੂਫ ਬਣਾਉਂਦੀ ਆਈ ਆ ਹੁਣ ਤੱਕ, ਇੰਨੀਆਂ ਮੀਟਿੰਗਸ ਕਰਨ ਤੋਂ ਬਾਅਦ ਵੀ ਉਸੇ ਗੱਲ ਤੇ ਪਲਟ ਕੇ ਆ ਜਾਂਦੇ ਨੇ ਕਿ ਇਹਨਾਂ 'ਚ ਜਿਹੜੇ ਬਿੱਲਾਂ ਦੇ ਵਿੱਚ ਕੋਈ ਖਰਾਬੀ ਨਹੀਂ ਹੈਗੀ, ਤਾਂ ਫਿਰ ਉੱਥੇ ਹੁਣ ਕੋਈ ਨਾ ਕੋਈ ਵੱਡਾ ਸਟੈਪ ਲੈਣਾ ਚਾਹੀਦਾ। ਸਾਡੇ ਆਗੂਆਂ ਨੂੰ ਵੀ ਕਰਨਾ ਚਾਹੀਦਾ। ਬਾਕੀ ਲੋਕ ਤਾਂ ਜਿਹੜੇ ਹੈਗੇ ਸੰਘਰਸ਼ ਕਰਦੇ ਹੀ ਰਹਿਣਗੇ ਜਿੰਨਾ ਚਿਰ ਬਿੱਲ ਰੱਦ ਨਹੀਂ ਹੋਣਗੇ। ਜਿਹੜੇ ਸਾਡੇ ਉੱਥੇ ਭੋਲੇ ਭਾਲੇ ਲੋਕ ਬੈਠੇ ਨੇ ਉਹ ਤਾਂ ਵਿਚਾਰੇ ਲੱਗੇ ਹੀ ਹੋਏ ਨੇ, ਉਹ ਤਾਂ ਆਪ ਤਾਂ ਜਿਹੜਾ ਹੈਗਾ ਡਿਊਟੀ ਭੁਗਤਾ ਹੀ ਰਹੇ ਨੇ ਉੱਥੇ। ਪਰ ਹੁਣ ਜਿਹੜੇ ਸਾਡੀਆਂ ਜਥੇਬੰਦੀਆਂ ਨੇ, ਜਿਨ੍ਹਾਂ ਨੇ ਗੱਲ ਕਰਨੀ ਉੱਥੇ ਜਾ ਕੇ, ਜਿਨ੍ਹਾਂ ਨੇ ਮੀਟਿੰਗਸ ਦੇ ਵਿੱਚ ਸਰਕਾਰ ਨੂੰ ਕਨਵਿੰਸ ਕਰਨਾ ਵੀ ਕਿੱਦਾਂ ਅਸੀਂ ਬਿੱਲ ਰੱਦ ਕਰਾਉਣੇ, ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ। ਲੇਕਿਨ ਉਹ ਤੇ ਕੜਾ ਮੈਸੇਜ ਦੇ ਹੀ ਚੁੱਕੇ ਹੈ ਕਿ ਜਦ ਤੱਕ ਤੁਸੀਂ ਕਾਨੂੰਨ ਰੱਦ ਨਹੀਂ ਕਰਦੇ ਆਪਾਂ ਪਿੱਛੇ ਨਹੀਂ ਹਟਾਂਗੇ, ਜਦ ਤੱਕ ਤੁਸੀਂ MSP ਤੇ ਕਾਨੂੰਨ ਨਹੀਂ ਬਣਾਉਂਦੇ ਆਪਾਂ ਪਿੱਛੇ ਨਹੀਂ ਹਟਾਂਗੇ। ਅੰਦੋਲਨ ਨੂੰ ਤਿੱਖਾ ਕਰਨ ਦੀ ਵੀ ਪ੍ਰਯਾਸ ਕਰ ਰਹੇ ਨੇ, ਮਹਾਪੰਚਾਇਤਾਂ ਕਰ ਰਹੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇਸ ਨਾਲ ਪ੍ਰਭਾਵ ਪਊਗਾ ਜਾਂ ਹਜੇ ਹੋਰ ਕੁਝ ਕਰਨ ਦੀ ਲੋੜ ਹੈ? ਮੀਟਿੰਗਸ ਹੋ ਰਹੀਆਂ ਨੇ, ਪੰਚਾਇਤਾਂ ਹੋ ਰਹੀਆਂ ਨੇ, ਹਾਂਜੀ ਡੈਫੀਨੇਟਲੀ ਉਹਦੇ ਤੇ ਅਸਰ ਤਾਂ ਪੈਂਦਾ ਆ। ਬਟ ਕੁਛ ਹੁਣ ਉਹ ਕਹਿੰਦੇ ਹੁੰਦੇ ਉਹਨਾਂ ਨੂੰ ਵੀ ਆਪ ਦੇ ਵੱਲੋਂ ਕੋਈ ਇਹੋ ਜਿਹੀ ਰਣਨੀਤੀ ਬਣਾਉਣ ਕਿ ਜਿਹੜਾ ਹੋਰ ਉਹਨਾਂ ਤੇ ਦਬਾਅ ਪਵੇ ਸਰਕਾਰ ਤੇ, ਸਰਕਾਰ ਨੂੰ ਲੱਗੇ ਕਿ ਸਰਕਾਰ ਦਾ ਵੀ ਕੋਈ ਇਹੋ ਜਿਹਾ ਕੰਮ ਰੁਕਣਾ ਚਾਹੀਦਾ ਜਿਹਦੇ ਨਾਲ ਉਹਨਾਂ ਨੂੰ ਵੀ ਲੱਗੇ ਕਿ ਸਾਡਾ ਇੱਥੇ ਨੁਕਸਾਨ ਹੋ ਸਕਦਾ, ਸਾਡੀ ਪਾਰਟੀ ਦਾ ਨੁਕਸਾਨ ਹੋ ਸਕਦਾ ਆ। ਸਾਡੇ ਉਹਨਾਂ ਨੂੰ ਸਰਕਾਰ ਦੀ ਹੋਂਦ, ਸਰਕਾਰ ਨੂੰ ਵੀ ਆਪਦੀ ਹੋਂਦ ਦਾ ਫਿਕਰ ਪਵੇ ਤੇ ਫਿਰ ਸ਼ਾਇਦ ਅਸੀਂ ਆਪਦੇ ਪੰਜਾਬ ਦੀ ਹੋਂਦ, ਸਾਡੇ ਜਿਹੜੇ ਆਪਣੇ ਕਹਿੰਦੇ ਹੁੰਦੇ ਆ ਕਿਸਾਨ, ਆਪਣੀ ਹੋਂਦ ਨੂੰ ਬਚਾ ਸਕਦੇ ਨੇ। ਮਨਿੰਦਰ ਜੀ, ਸਪਸ਼ਟ ਲਫ਼ਜ਼ਾਂ ਦੇ ਵਿੱਚ ਦੱਸਣਾ ਚਾਹੋਗੇ, ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਦੀ ਹੋਂਦ ਤੇ ਕਿਸ ਤਰ੍ਹਾਂ ਖਤਰਾ ਆ ਸਕਦਾ ਹੈ? ਇਹ ਮੈਂ ਉਹੀ ਤੁਹਾਨੂੰ ਕਹਿ ਰਹੀ ਜੀ, ਇਹ ਰਣਨੀਤੀ ਤਿਆਰ ਕਰਨੀ ਹੈ ਸਾਡੇ ਆਗੂਆਂ ਨੇ, ਉਹਨਾਂ ਨੇ ਸੋਚਣਾ ਹੈ ਕਿਉਂਕਿ ਅਗਵਾਈ ਉਹ ਕਰ ਰਹੇ ਨੇ, ਉਹਨਾਂ ਨੇ ਸੋਚਣਾ। ਉਹ ਆਪਣੇ ਨੌਜਵਾਨਾਂ ਨੂੰ ਨਾਲ ਲੈ ਕੇ, ਜਿਹੜੇ ਹੋਰ ਵੀ ਸਿਆਣੇ ਨੇ ਸਾਡੇ ਸੰਘਰਸ਼ ਦੇ ਵਿੱਚ ਮੌਜੂਦ ਨੇ, ਬੁੱਧੀਜੀਵੀ ਨੇ, ਉਹਨਾਂ ਨੂੰ ਬੈਠ ਕੇ ਉਹਨਾਂ ਦੇ ਨਾਲ ਰਲ ਕੇ ਕੋਈ ਰਣਨੀਤੀ ਤਿਆਰ ਕਰਨ ਕਿ ਕਿਸ ਤਰੀਕੇ ਨਾਲ ਆਪਾਂ ਜਿਹੜੀ ਅਗਲਾ ਸਟੈਪ ਸਾਡਾ ਕੀ ਹੋਣਾ ਚਾਹੀਦਾ। ਲੇਕਿਨ ਰਣਨੀਤੀ ਤੇ ਤਿਆਰ ਕੀਤੀ ਸੀ ਕਿਸਾਨ ਆਗੂਆਂ ਨੇ, 26 ਤਰੀਕ ਨੂੰ ਪਰੇਡ ਕੱਢਣ ਦੀ ਰਣਨੀਤੀ ਤਿਆਰ ਕੀਤੀ ਸੀ, ਲੇਕਿਨ ਉਸ ਪਰੇਡ ਦਾ ਕੀ ਹਸ਼ਰ ਹੋਇਆ, ਕੀ ਵੇਖਣ ਨੂੰ ਮਿਲਿਆ ਉੱਥੇ, ਕੀ ਹੁਣ ਮਾਹੌਲ ਬਣ ਗਿਆ, ਤੁਸੀਂ ਆਪ ਹੀ ਜਾਣਦੇ ਹੋ। ਉਸ ਚੀਜ਼ ਤੋਂ ਸਬਕ ਲੈਣਾ ਚਾਹੀਦਾ ਆਪਾਂ ਨੂੰ ਵਿਨੀਤ ਜੀ, ਕਿਉਂਕਿ ਉਹਦੇ ਵਿੱਚ
ਕਮੀਆਂ ਸਾਰਿਆਂ ਦੀਆਂ ਰਹੀਆਂ ਨੇ ਉੱਥੇ। ਆਪਾਂ ਫਿਰ ਉਸੇ ਗੱਲ ਨੂੰ ਕਹਿੰਦੇ ਆ ਕਿ ਜੇ ਉਹ ਇੱਕ ਚਲੋ ਕਹਿੰਦੇ ਹੁੰਦੇ ਅਜੇ ਵੀ ਕੁਛ ਨਹੀਂ ਇੰਨਾ ਵਿਗੜ ਹੈਗਾ, ਡੁੱਲੇ ਬੇਰਾਂ ਦਾ ਕਹਿੰਦੇ ਹੁੰਦੇ ਨੇ ਕਿ ਮੋਰਚਾ ਫਿਰ ਵੀ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕਹਿੰਦੇ ਹੁੰਦੇ ਜੇ ਵਾਹਿਗੁਰੂ ਦੀ ਕਿਰਪਾ ਨਾਲ ਮੋਰਚਾ ਅੱਜ ਵੀ ਜਿਹੜਾ ਹੈਗਾ ਚੜ੍ਹਦੀ ਕਲਾ ਦੇ ਵਿੱਚ ਹੀ ਆ। ਬਟ ਜੇ ਆਪਾਂ ਹੁਣ ਉਸ ਚੀਜ਼ ਨੂੰ ਲੈ ਕੇ ਅੱਗੇ ਆਪਾਂ ਨੂੰ ਹੋਰ ਜ਼ਿਆਦਾ ਸੁਚੇਤ ਹੋਣਾ ਚਾਹੀਦਾ, ਬਿਲਕੁਲ ਕਿਉਂਕਿ ਸੁਚੇਤ ਜੋ ਹੋਣਾ ਵੀ ਚਾਹੀਦਾ। ਉੱਥੇ ਸਰਕਾਰ ਨੇ ਆਪਦੀਆਂ ਗੰਦੀਆਂ ਨੀਤੀਆਂ ਪਹਿਲਾਂ ਹੀ ਬਣਾਈਆਂ ਹੋਈਆਂ ਸੀ। ਕਿਸ ਤਰੀਕੇ ਨਾਲ ਜੋ ਹੋਇਆ, ਜਾਂ ਕਿਸੇ ਨੂੰ ਵਰਗਲਾਇਆ ਗਿਆ, ਜਾਂ ਕਿਸੇ ਨੂੰ ਕੋਈ ਇਹਦੇ ਚ ਹਲੇ ਆਪਾਂ ਕਹਿੰਦੇ ਸੱਚਾਈ ਕਿਸੇ ਨੂੰ ਵੀ ਨਹੀਂ ਪਤਾ। ਜਦੋਂ ਤੱਕ ਸੱਚਾਈ ਸਾਹਮਣੇ ਨਹੀਂ ਆ ਸਕਦੀ, ਹਲੇ ਸਿਰਫ ਸਾਰਿਆਂ ਨੇ ਆਪਣੇ ਕਹਿੰਦੇ ਹੁੰਦੇ ਅੰਦਾਜ਼ੇ ਹੀ ਲਾ ਰਹੇ ਹੋ ਵੀ ਆਹ ਹੋ ਗਿਆ ਹੋਊਗਾ, ਉਹਨੇ ਏਦਾਂ ਕਰਤਾ ਹੋਊਗਾ, ਜਾਂ ਕੁਛ ਵੀ ਕਹਿ ਸਕਦੇ ਆ। ਬਟ ਜੇ ਦੇਖਿਆ ਜਾਵੇ ਤਾਂ ਇਹਦੇ ਪਿੱਛੇ ਸਰਕਾਰ ਤਾਂ ਚਾਹੁੰਦੀ ਸੀ ਕਿ ਇਹ ਸਭ ਕੁਝ ਖਰਾਬ ਹੋਵੇ ਕਿਸੇ ਨਾ ਕਿਸੇ ਤਰੀਕੇ। ਹੁਣ ਆਪਾਂ ਨੂੰ ਇਹ ਵੀ ਕਲੀਅਰ ਹੋ ਹੀ ਜਾਣਾ, ਔਰ ਲੋਕਾਂ ਨੂੰ ਵੀ ਕਿਸੇ ਹੱਦ ਤੱਕ ਪਤਾ ਹੈ ਕਿ ਸਰਕਾਰ ਦਾ ਬਹੁਤ ਵੱਡਾ ਹੱਥ ਸੀ ਜੋ ਵੀ ਕੁਝ ਹੋਇਆ ਆ, ਕਿਉਂਕਿ ਉਹਦੇ ਤੋਂ ਬਾਅਦ ਵੀ ਜੋ ਕੁਝ ਕੀਤਾ ਉਹਨਾਂ ਨੇ ਆਪਦੇ ਪਾਰਟੀ ਦੇ ਬੰਦੇ ਭੇਜ ਕੇ ਉੱਥੇ ਜਿਹੜੇ ਸਾਡੇ ਮੋਰਚੇ ਨੂੰ ਫੇਰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਜਿਹੜੇ ਇੱਥੇ ਮੋਰਚੇ ਦੇ ਵਿੱਚ ਮੌਜੂਦ ਨੇ ਸਾਡੇ ਜਿੰਨੇ ਵੀ ਭੈਣ ਭਰਾ, ਉਹਨਾਂ ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਂ ਫਿਰ ਉੱਥੇ ਤੋਂ ਸਰਕਾਰ ਦੀਆਂ ਨੀਤੀਆਂ ਤਾਂ ਪਤਾ ਲੱਗਦਾ ਹੀ ਆਪਾਂ। ਬਿਲਕੁਲ ਮਨਿੰਦਰ ਜੀ, ਕਾਫੀ ਜਾਣਕਾਰੀ ਦਿੱਤੀ। ਚਲਦੇ ਕਿਉਂਕਿ ਕਲਾਕਾਰਾਂ ਦੀ ਗੱਲ ਕਰੀਏ, ਆਪਣੇ ਗਾਣਿਆਂ ਰਾਹੀਂ ਕਲਾਕਾਰ ਜਿਹੜੇ ਨੇ ਇਸ ਅੰਦੋਲਨ ਦੇ ਵਿੱਚ ਹੋਰ ਜੋਸ਼ ਭਰਦੇ ਨਜ਼ਰ ਆਏ ਨੇ। ਕਨਵਰ ਗਰੇਵਾਲ ਦੇ ਗਾਣੇ ਸੁਣ ਰਹੇ ਆ, ਬੱਬੂ ਮਾਨ ਦੇ ਸੁਣ ਰਹੇ ਆ, ਤੁਹਾਡਾ ਵੀ ਇੱਕ ਗਾਣਾ ਤੁਸੀਂ ਬਣਾਇਆ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ, ਔਰ ਮੈਂ ਚਾਹੂੰਗਾ ਕਿ ਮੇਰੇ ਸਰੋਤਿਆਂ ਲਈ, ਮੇਰੇ ਚੈਨਲ ਦੇ ਦਰਸ਼ਕਾਂ ਲਈ ਤੁਸੀਂ ਉਸ ਗਾਣੇ ਦੇ ਬੋਲ ਵੀ ਸਾਂਝੇ ਕਰੋ, ਤਾਂ ਕਿ ਆਪਾਂ ਦੱਸ ਸਕੀਏ ਕਿ ਕਿਸ ਢੰਗ ਦੇ ਨਾਲ ਜਿਹੜੇ ਸਾਡੇ NRI ਨੇ, ਜਿਹੜੇ ਬਾਹਰਲੇ ਮੁਲਕ ਤੋਂ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ, ਕਿਸ ਢੰਗ ਦੇ ਨਾਲ ਆਪਣੀ ਸ਼ਮੂਲੀਅਤ ਜਿਹੜੇ ਨੇ ਉਹ ਵੀ ਦਰਜ ਕਰਾਉਂਦੇ ਨਜ਼ਰ ਆਉਣ। ਤੁਹਾਡਾ ਜਿਹੜਾ ਗਾਣਾ ਹੈ ਉਸਦੇ 4 ਬੋਲ ਮੇਰੇ ਸਰੋਤਿਆਂ ਲਈ। ਠੀਕ ਹੈ ਵਿਨੀਤ ਜੀ, ਮੈਂ ਕਿਉਂਕਿ ਅਸੀਂ ਕਹਿੰਦੇ ਨੇ ਇੱਕ ਆਰਟਿਸਟ ਜਿਹੜਾ ਉਹ ਆਪਦੇ ਜਜ਼ਬਾਤ ਜਾਂ ਲਿਖ ਕੇ ਜਾਂ ਬੋਲ ਕੇ ਜਾਂ ਗਾ ਕੇ ਕਿਸੇ ਤਰੀਕੇ ਨਾਲ ਵੀ ਅਸੀਂ ਜਿਹੜੇ ਆਪਣੇ ਭਾਵ ਜਿਹੜੇ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੋ ਹਰ ਇੱਕ ਕਲਾਕਾਰ ਨੇ ਕੋਸ਼ਿਸ਼ ਕੀਤੀ ਹੈ ਜੀ ਕਿ ਜਿਹੜਾ ਅਸੀਂ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਜੋਸ਼ ਭਰ ਸਕੀਏ। ਜਿਹੜੇ ਸਾਡੇ ਵੀਰ ਉੱਥੇ ਕਲਾਕਾਰ ਉੱਥੇ ਸ਼ਾਮਲ ਨੇ, ਉਹਨਾਂ ਨੇ ਬਹੁਤ ਉੱਥੇ ਅੱਜ ਵੀ ਡਟੇ ਹੋਏ ਨੇ, ਜਿਹੜੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਉਹਦੇ ਵਿੱਚ। ਇੱਥੇ ਜਿਹੜੇ NRI ਬਾਹਰ ਜਿੰਨੇ ਵੀ ਆਰਟਿਸਟ ਬੈਠੇ ਨੇ, ਜਿੰਨੇ ਵੀ ਗਾਇਕ ਬੈਠੇ ਨੇ, ਉਹਨਾਂ ਨੇ ਵੀ ਯੋਗਦਾਨ ਪਾਇਆ ਕਿਸੇ ਨਾ ਕਿਸੇ ਤਰੀਕੇ ਨਾਲ। ਤੇ ਜਿਹੜਾ ਮੇਰਾ ਸੌਂਗ ਸੀ ਉਹ ਵੀ ਅਸੀਂ ਆਪਣੇ ਕਹਿੰਦੇ ਹੁੰਦੇ ਭੈਣ ਭਰਾਵਾਂ ਵਿੱਚ ਜੋਸ਼ ਭਰਨ ਲਈ, ਆਪਣੀਆਂ ਜਿਹੜੇ ਭਾਵ ਨੇ ਪ੍ਰਗਟ ਕਰਨ ਲਈ, ਉਹ ਵੀ ਇਸੇ ਕਰਕੇ ਬਣਾਇਆ ਸੀ ਕਿ ਲੋੜ ਪਈ ਪੰਜਾਬ ਲਈ ਤਾਂ ਮਰ ਵੀ ਜਾਵਾਂਗੇ, ਉਹਦੇ ਬੋਲ ਸੀਗੇ। ਤੇ ਚਲੋ ਮੈਂ ਤੁਹਾਨੂੰ, ਜੇ ਤੁਸੀਂ ਕਹਿੰਦੇ ਹੋ ਮੈਂ 2 ਲਾਈਨਾਂ ਸੁਣਾ ਦਿੰਦੀ ਹਾਂ ਉਹਦੀਆਂ। ਅੱਜ ਨਹੀਂ ਤਾਂ ਕੱਲ ਮੰਜ਼ਿਲਾਂ ਸਰ ਕਰ ਹੀ ਜਾਵਾਂਗੇ, ਲੋੜ ਪਈ ਪੰਜਾਬ ਲਈ ਤਾਂ ਮਰ ਵੀ ਜਾਵਾਂਗੇ। ਅੱਜ ਨਹੀਂ ਤਾਂ ਕੱਲ ਮੰਜ਼ਿਲਾਂ ਸਰ ਕਰ ਹੀ ਜਾਵਾਂਗੇ, ਲੋੜ ਪਈ ਪੰਜਾਬ ਲਈ ਤਾਂ ਮਰ ਵੀ ਜਾਵਾਂਗੇ। ਕੌਮ ਦੀ ਖਾਤਰ ਸੀਸ ਤਲੀ ਤੇ ਧਰ ਹੀ ਜਾਵਾਂਗੇ, ਲੋੜ ਪਈ ਪੰਜਾਬ ਲਈ ਤਾਂ ਮਰ ਵੀ ਜਾਵਾਂਗੇ, ਲੋੜ ਪਈ ਪੰਜਾਬ ਲਈ ਤਾਂ ਮਰ ਵੀ ਜਾਵਾਂਗੇ। ਬਿਲਕੁਲ, ਲੋੜ ਪੰਜਾਬ ਨੂੰ ਅੱਜ ਇਸੀ ਜਜ਼ਬੇ ਦੀ ਹੈ, ਪੰਜਾਬੀਅਤ ਨੂੰ ਅੱਜ ਇਸੀ ਜਜ਼ਬੇ ਦੀ ਲੋੜ ਹੈ। ਔਰ ਆਹੀ ਜਜ਼ਬਾ ਹੈ ਕਿ ਅੱਜ 200 ਤੋਂ ਵੱਧ ਕਿਸਾਨ ਜਿਹੜੇ ਨੇ ਇਸ ਕਿਸਾਨੀ ਜਿਹੜੇ ਕਾਨੂੰਨ ਨੇ ਇਹਨਾਂ ਦੀ ਭੇਟ ਚੜ੍ਹਦੇ ਹੋਏ ਨਜ਼ਰ ਆਏ ਨੇ। 200 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਔਰ ਹਰ ਕੋਈ ਆਹੀ ਚਾਹੁੰਦਾ ਹੈ ਕਿ ਪੰਜਾਬ ਦੀ ਹੋਂਦ ਕਾਇਮ ਰਹੇ, ਪੰਜਾਬੀਅਤ ਕਾਇਮ ਰਹੇ। ਔਰ ਅੱਜ ਜਿਹੜੇ ਕਾਨੂੰਨ ਨੇ ਜਿਹੜੇ ਕਿਸਾਨੀ ਦੀ ਹੋਂਦ ਦੇ ਉੱਪਰ ਵੱਡਾ ਸਵਾਲ ਖੜਾ ਕਰਦੇ ਨੇ, ਆਹ ਕਾਨੂੰਨ ਛੇਤੀ ਤੋਂ ਛੇਤੀ ਰੱਦ ਹੁੰਦੇ ਨਜ਼ਰ ਆਉਣ। ਮਨਿੰਦਰ ਜੀ, ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਲਈ, ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ। ਇਸ ਤਰ੍ਹਾਂ ਅੱਗੇ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਕਿ ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਇਸ ਮੂਵਮੈਂਟ ਨੂੰ ਸਮਰਥਨ ਜਿਹੜਾ ਲਗਾਤਾਰ ਮਿਲਦਾ ਨਜ਼ਰ ਆ ਰਿਹਾ ਹੈ, ਕਿਸ ਤਰ੍ਹਾਂ ਵਿਦੇਸ਼ੀ NRI ਜਿਹੜੇ ਨੇ, ਜਿਹੜੇ ਕਿਤੇ ਨਾ ਕਿਤੇ ਪੰਜਾਬੀਅਤ ਲਈ ਹਮੇਸ਼ਾ ਅੱਗੇ ਆ ਕੇ ਕੁਝ ਕਰਨਾ ਚਾਹੁੰਦੇ ਨੇ, ਉਹ ਕਿਸ ਤਰ੍ਹਾਂ ਇਸ ਅੰਦੋਲਨ ਦੇ ਨਾਲ ਜੁੜੇ ਰਹਿ ਰਹੇ ਹਨ। ਹਾਂਜੀ, ਬਾਕੀ ਅਸੀਂ ਤਾਂ ਚਲੋ ਤਨ ਮਨ ਧਨ ਤੋਂ ਇੱਥੇ ਜਿਹੜੇ NRIs ਨੇ ਸਾਰੇ ਜੁੜੇ ਹੋਏ ਨੇ। ਮੇਰੇ ਦਿਮਾਗ 'ਚ ਤੁਸੀਂ ਕੁਐਸਚਨ ਪੁੱਛ ਰਹੇ ਸੀ ਤਾਂ 2 ਗੱਲਾਂ ਘੁੰਮ ਰਹੀਆਂ ਨੇ ਵਿਨੀਤ ਜੀ, ਕਿ
ਕੁਛ ਸਾਡੇ ਜਿਹੜੇ ਪੰਜਾਬ ਦੇ ਆਰਟਿਸਟ ਨੇ ਉਹ ਤਾਂ ਜੀ ਜਾਨ ਲਾ ਕੇ ਮੋਰਚੇ ਨਾਲ ਜੁੜੇ ਹੀ ਹੋਏ ਆ, ਬਾਹਰੋਂ ਨੇ ਭਾਵੇਂ ਕੁਛ ਵੀ। ਪਰ ਦੁੱਖ ਦੀ ਗੱਲ ਇਹ ਕਿ ਸਾਡੇ ਜਿਹੜੇ ਬਾਲੀਵੁੱਡ ਦੇ ਕਲਾਕਾਰ ਨੇ, ਜਿਨ੍ਹਾਂ ਨੇ ਪੰਜਾਬ ਦੇ ਸਬਜੈਕਟ ਨੂੰ ਲੈ ਕੇ ਇੰਨੀਆਂ ਵੱਡੀਆਂ ਫਿਲਮਾਂ ਬਣਾ ਕੇ ਪੈਸੇ ਜਿਹੜੇ ਨੇ ਬਣਾ ਲਏ ਨੇ, ਜਾਂ ਕੰਪਨੀਆਂ ਨੇ ਜਿਹੜੇ ਨੇ, ਉਹਨਾਂ ਨੇ ਜਿੱਦਾਂ ਕਹਿੰਦੇ ਹੁੰਦੇ ਨੇ ਕਿ ਮੂੰਹ ਦੇ ਵਿੱਚ ਘੁੰਗਣੀਆਂ ਪਾਈਆਂ ਹੁੰਦੀਆਂ ਨੇ ਕਿ ਪਤਾ ਨਹੀਂ ਕਿਹਦਾ ਡਰ ਉਹਨਾਂ ਨੂੰ, ਕਿ ਉਹ ਸਾਡੇ ਕਿਸਾਨੀ ਸੰਘਰਸ਼ ਦੇ ਲਈ ਉਹਨਾਂ ਨੇ ਕਰਨਾ ਤਾਂ ਕੀ ਹੈ। ਸਾਡੇ ਕਿਸਾਨਾਂ ਦੇ ਲਈ 2 ਬੋਲ ਵੀ ਨਹੀਂ ਸਰੇ ਉਹਨਾਂ ਤੋਂ। ਨਾ ਮਨਿੰਦਰ ਜੀ, 2 ਬੋਲ ਆਏ ਜਦੋਂ ਰਿਹਾਨਾ ਦਾ ਟਵੀਟ ਆਇਆ, ਉਸ ਤੋਂ ਬਾਅਦ ਕਈ ਬੋਲ ਆਏ। ਬਾਲੀਵੁੱਡ ਦੀ ਕਈ ਹਸਤੀਆਂ ਜਿਹੜੀਆਂ ਨੇ ਉਹ ਦਿੰਦਿਆਂ ਨਜ਼ਰ ਆਈਆਂ। ਕੰਗਣਾ ਰਣੌਤ ਬਿਆਨ ਦਿੰਦੀ ਨਜ਼ਰ ਆਈ। ਕੁਛ ਕੁ ਜਾਣੇ ਹੈਗੇ ਨੇ ਜਿਹੜੇ ਅੱਗੇ ਆਏ ਨੇ ਜਾਂ ਕੁਛ ਵੀ ਹੈ, ਬਟ ਜਿਹੜੇ ਉੱਥੇ ਕਹਿੰਦੇ ਹੁੰਦੇ ਨੇ ਵੱਡੇ ਘਰਾਣੇ ਨੇ ਜਾਂ ਵੱਡੇ ਨਾਮ ਨੇ। ਨਹੀਂ ਮਨਿੰਦਰ ਜੀ, ਤੁਸੀਂ ਮੇਰੀ ਗੱਲ ਨੂੰ ਸਮਝੇ ਨਹੀਂ। ਮਨਿੰਦਰ ਜੀ, ਤੁਸੀਂ ਮੇਰੀ ਗੱਲ ਨੂੰ ਸਮਝੇ ਨਹੀਂ। ਜਿਹੜੇ 4 ਬੋਲ ਆਏ ਵੀ ਨੇ, ਉਹ ਆਏ ਨੇ ਕਿ ਸਾਡਾ ਇੰਟਰਨਲ ਮੈਟਰ ਹੈ, ਇਸ ਇੰਟਰਨਲ ਮੈਟਰ ਤੋਂ ਤੁਸੀਂ ਬਾਹਰ ਹੀ ਰਹੋ। ਰਿਹਾਨਾ ਨੂੰ ਇਸ ਤਰ੍ਹਾਂ ਦੇ ਮੈਸੇਜ ਜਿਹੜੇ ਨੇ ਉਹ ਦਿੱਤੇ ਗਏ ਨੇ। ਹੋਰ ਜਿਹੜੀ ਸ਼ਖਸੀਅਤਾਂ ਨੇ ਉਹਨਾਂ ਨੂੰ ਇਹ ਮੈਸੇਜ ਦਿੱਤੇ ਗਏ ਨੇ ਕਿ ਭਾਰਤ ਦਾ ਮੈਟਰ ਹੈ, ਭਾਰਤ ਆਪਣੇ ਆਪ ਸੌਰਟ ਆਊਟ ਕਰ ਲੂਗਾ, ਤੁਸੀਂ ਇਸ ਦੇ ਵਿੱਚ ਸ਼ਮੂਲੀਅਤ ਦਰਜ ਨਾ ਕਰਾਓ। ਕਿਸਾਨਾਂ ਦੇ ਹੱਕ ਪੱਕੀ ਹਜੇ ਬਾਲੀਵੁੱਡ ਤੋਂ ਕੋਈ ਆਵਾਜ਼ ਉੱਠਦੀ ਨਜ਼ਰ ਨਹੀਂ ਆਈ। ਹਾਂਜੀ, ਮੈਂ ਥੋੜਾ ਇਸ਼ਾਰਾ ਸਮਝ ਗਈ ਜੀ। ਅਸੀਂ ਸਾਰੀ ਕੱਲੀ ਖਬਰ ਜਿਹੜੀ ਹੈਗੀ ਉਹਦੇ ਤੇ ਸਾਡੀ ਨਿਗਾਹ ਹੁੰਦੀ। ਤੁਸੀਂ ਗੱਲ ਕਰ ਰਹੇ ਜਿਹੜੇ ਉਹਨਾਂ ਨੇ ਬਹੁਤ ਵਧੀਆ ਆਪਣੇ ਵੱਲੋਂ ਬਿਆਨਬਾਜ਼ੀ ਕੀਤੀ ਨੇ ਕਿ ਜੀ ਇਹ ਸਾਡਾ ਮਸਲਾ ਹੈਗਾ, ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਕਿਸਾਨ ਆ ਦੁਨੀਆ ਦੇ ਹਰ ਕੋਨੇ 'ਚ ਬੈਠਾ, ਉਹ ਭਾਵੇਂ ਅਮਰੀਕਾ, ਆਸਟ੍ਰੇਲੀਆ, ਇਟਲੀ ਕਿਤੇ ਵੀ ਹੋਵੇ, ਤੇ ਕਿਸਾਨ ਹਰ ਕੋਨੇ ਦੇ ਵਿੱਚ ਬੈਠਾ, ਔਰ ਕਿਸਾਨ ਇੱਥੇ ਬੈਠਾ ਵੀ ਆਪਣੇ ਪੰਜਾਬ ਲਈ, ਆਪਣੇ ਦੇਸ਼ ਲਈ ਆਵਾਜ਼ ਉਠਾ ਰਿਹਾ। ਔਰ ਉਹ ਆਵਾਜ਼ ਇਕੱਲੇ ਜੇ ਆਪਾਂ ਸੋਚੀਏ ਤਾਂ ਸਾਡੇ ਪੰਜਾਬੀਆਂ ਤੱਕ ਨਹੀਂ ਪਹੁੰਚ ਰਹੀ, ਉਹ ਪੂਰੇ ਵਰਲਡ 'ਚ ਪਹੁੰਚ ਰਹੀ ਹੈ ਆਵਾਜ਼। ਔਰ ਵਰਲਡ ਦੇ ਵਿੱਚ ਜਿਹੜਾ ਵੀ ਕੋਈ ਚੰਗਾ ਇਨਸਾਨ ਹੋਊਗਾ ਜਾਂ ਜਿਹੜਾ ਵੀ ਕੋਈ ਕਿਸੇ ਦਾ ਦਰਦ ਸਮਝਦਾ ਹੋਊਗਾ, ਉਹ ਆਪਣੇ ਵੱਲੋਂ ਚੰਗੀ ਗੱਲ ਕਰੂਗਾ ਹੀ ਕਰੂਗਾ। ਪਰ ਉਹਨਾਂ ਨੂੰ ਪਤਾ ਨਹੀਂ, ਜਿਹੜੇ ਇਹੋ ਜਿਹੇ ਟਵੀਟ ਕਰਨ ਵਾਲੇ, ਉਹਨਾਂ ਨੂੰ ਸ਼ਾਇਦ ਸਮਝ ਨਹੀਂ ਹੈਗੀ, ਜਾਂ ਜਾਣਬੁੱਝ ਕੇ ਅਣਗੌਲਿਆਂ ਕਰ ਦਿੰਦੇ ਨੇ ਇਸ ਚੀਜ਼ ਨੂੰ। ਪਰ ਸਾਡੀ ਜਨਤਾ ਤਾਂ ਸਮਝਦਾਰ ਹੈਗੀ ਹੈ ਜੀ। ਮੈਨੂੰ ਬਹੁਤ ਦੁੱਖ ਹੁੰਦਾ, ਸਪੈਸ਼ਲੀ ਜੇ ਮੈਂ ਕਹਾਂ ਤਾਂ ਜਿਨ੍ਹਾਂ ਨੂੰ ਆਪਾਂ ਪੰਜਾਬ ਦੇ ਪੁੱਤ ਸਮਝਦੇ ਸੀਗੇ। ਕਹਿੰਦੇ ਹੁੰਦੇ ਆ ਕਿ ਸਾਡੇ MP ਬਣੇ ਨੇ ਸਨੀ ਦਿਓਲ ਜੀ, ਉਹਨਾਂ ਨੂੰ ਲੈ ਕੇ ਤਾਂ ਸਾਨੂੰ ਬਹੁਤ ਜ਼ਿਆਦਾ ਡਿਸਪਾਇੰਟਮੈਂਟ ਹੋਈ ਹੈ ਕਿ ਉਹਨਾਂ ਨੂੰ ਬਹੁਤ ਜਿਹੜਾ ਹੈਗਾ ਵੱਡਾ ਸਟੈਪ ਲੈਣਾ ਚਾਹੀਦਾ ਸੀ ਆਪਣੇ ਕਿਸਾਨਾਂ ਨੂੰ। ਪਰ ਸ਼ਾਇਦ ਉਹੀ ਗੱਲ ਹੈ ਨਾ ਕਿ ਕਹਿੰਦੇ ਹੁੰਦੇ ਜੀ ਰੁਤਬਾ ਪਿਆਰਾ ਹੁੰਦਾ, ਕੁਰਸੀ ਪਿਆਰੀ ਹੁੰਦੀ ਹੈ, ਤੇ ਉਹ ਫਿਰ ਜਿਹੜਾ ਹੈਗਾ ਬੰਦਾ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਉਹ ਆਪਣਾ ਆਪ ਦਿਖਾਈ ਦਿੱਤਾ ਉਹਨਾਂ ਨੇ। ਯਾਨੀ ਸਾਹਨੇਵਾਲ ਭੁੱਲ ਗਏ ਤੇ ਲੋਕਾਂ ਨੇ ਉਹਨਾਂ ਨੂੰ ਹੱਥਾਂ ਤੇ ਚੱਕਿਆ ਸੀਗਾ, ਉਹਨਾਂ ਲੋਕਾਂ ਲਈ ਉਹਨਾਂ ਤੋਂ ਕੁਝ ਵੀ ਨਹੀਂ ਸਰਿਆ। ਆ ਗੱਲ ਭੁੱਲ ਗਏ ਕਿ ਸਾਹਨੇਵਾਲ ਤੋਂ ਬਿਲੋਂਗ ਕਰਦੇ ਨੇ, ਗੁਰਦਾਸਪੁਰ ਦੇ MP ਨੇ। ਆ ਗੱਲ ਸ਼ਾਇਦ ਭੁੱਲ ਗਏ। ਹਾਂਜੀ, ਬਿਲਕੁਲ ਉਹੀ ਗੱਲ ਹੈ ਕਿ ਉਹਨਾਂ ਨੂੰ ਪਤਾ ਨਹੀਂ, ਉਹ ਖਬਰਾਂ ਨਹੀਂ ਸੁਣਦੇ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਜਾਂ ਦੇਖ ਕੇ ਸਾਰਾ ਕੁਝ ਉਹ ਕਿਵੇਂ ਇਸ ਚੀਜ਼ ਨੂੰ ਇਗਨੋਰ ਕਰ ਸਕਦੇ ਆ। ਉਹ ਬਹੁਤ ਵੱਡਾ ਮਾਣ ਸੀ ਉਹਨਾਂ ਨੂੰ, ਉਹਨਾਂ ਤੇ ਪੰਜਾਬ ਨੂੰ, ਉਹਨਾਂ ਦੇ ਸਾਰੇ ਪਰਿਵਾਰ ਤੇ। ਔਰ ਪੰਜਾਬ ਦੇ ਪੁੱਤ, ਉਹਨਾਂ ਨੂੰ ਪਤਾ ਨਹੀਂ ਕਿਹੜੇ ਅਵਾਰਡ ਮਿਲੇ ਹੋਣੇ ਆ, ਤੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਅਣਗਿਣਤ ਫਿਲਮਾਂ ਦੀ ਸ਼ੂਟਿੰਗ ਕੀਤੀ ਹੋਣੀ ਉਹਨਾਂ ਨੇ। ਤੋਂ ਇਹ ਹੁਣ ਚਲੋ ਸਮਾਂ ਹਰੇਕ ਦਾ ਨਿਆਂ ਕਰ ਦਿੰਦਾ ਸੀ ਹੌਲੀ ਤੇ ਬਾਕੀ ਜੇ ਉਹ ਨਹੀਂ ਵੀ ਹੈਗੇ ਤਾਂ ਮੋਰਚਾ ਤਾਂ ਫਿਰ ਵੀ ਸਾਡਾ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਚੜ੍ਹਦੀ ਕਲਾ ਵਿੱਚ ਹੀ ਰਹੂਗਾ। ਤੇ ਟਾਈਮ ਆਪਣੇ ਆਪ ਹੀ ਜਿਹੜਾ ਹੈਗਾ ਉਹ ਹਰ ਚੀਜ਼ ਦਾ ਜਵਾਬ ਦੇ ਦਿੰਦਾ ਹੈ। ਬਿਲਕੁਲ ਟਾਈਮ ਜਵਾਬ ਦੇ ਦਿੰਦਾ ਹੈ। ਔਰ ਸਾਡਾ ਵੀ ਜਿਹੜਾ ਵੇਲਾ ਹੈ ਉਹ ਹੋ ਚੁੱਕਿਆ ਹੈ। ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਬਾਹਰਲੇ NRI ਹੈ, ਉਹਨਾਂ ਦੀ ਹਰ ਇੱਕ ਜਿਹੜੇ ਵਿਚਾਰ ਨੇ ਉਹ ਤੁਹਾਡੇ ਤੱਕ ਸਾਂਝੇ ਕਰਾਉਂਦੇ ਰਹਾਂਗੇ। ਮਨਿੰਦਰ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ, ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਸਾਂਝੇ ਕੀਤੇ। ਤੁਸੀਂ ਵੇਖਦੇ ਰਹੋ ਜੀ ਪ੍ਰਾਈਮ ਅਮਰੀਕਾ, ਤੁਹਾਨੂੰ ਇਸ ਤਰ੍ਹਾਂ ਦੀ ਹਰ ਇੱਕ ਅਪਡੇਟ ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ, ਜਿਹੜੇ ਬਾਹਰਲੇ NRI ਹੈ ਉਹਨਾਂ ਨਾਲ ਜੁੜੀ ਹੋਈ ਦਿੰਦੇ ਰਹਾਂਗੇ। ਲੇਕਿਨ ਹਾਂ, ਅੱਜ ਮਨਿੰਦਰ ਦਿਓਲ ਜਿਹੜੇ ਸਾਡੇ ਨਾਲ ਜੁੜੇ ਹੋਏ ਸੀ, ਕਈ ਸਵਾਲ ਉਹਨਾਂ ਨੇ ਚੁੱਕੇ ਨੇ, ਸਵਾਲ ਚੁੱਕੇ ਜਿਹੜੇ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਕਿਸਾਨ ਆਗੂ ਹੈ ਉਹਨਾਂ ਤੇ ਚੁੱਕੇ ਨੇ ਕਿ ਕਿਉਂ ਹੁਣ ਉਹ ਜਿਹੜੇ ਨੌਜਵਾਨ ਨੇ ਉਹਨਾਂ ਦੇ ਹੱਕ ਲਈ ਕੋਈ ਵੱਡਾ ਫੈਸਲਾ ਲੈਣ ਲਈ ਤਿਆਰ ਨਹੀਂ ਹੋ ਰਹੇ, ਕਿਉਂ ਹਜੇ ਤੱਕ ਸਟੇਜਾਂ ਤੋਂ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਰਿਹਾ ਕਰਾਇਆ ਜਾਏ ਤਾਂ ਕਿ ਅੰਦੋਲਨ ਹੋਰ ਮਜ਼ਬੂਤ ਹੁੰਦਾ ਹੋਇਆ ਨਜ਼ਰ ਆਏ। ਔਰ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜਾ ਇੱਕ ਵੱਡਾ ਖੁਲਾਸਾ ਕੀਤਾ ਕਿ ਕਿਸੇ ਚੈਨਲ ਨੇ ਇੰਟਰਵਿਊ ਲਈ ਬੁਲਾਇਆ ਸੀ, ਲੇਕਿਨ ਉੱਥੇ ਚੈਨਲ ਨਹੀਂ, ਪੁਲਿਸ ਦੀ ਟੀਮ ਪੁੱਜੀ। ਕਿਹੜਾ ਚੈਨਲ ਸੀ ਆ ਵੀ ਤੁਹਾਨੂੰ ਛੇਤੀ ਐਕਸਪੋਜ਼ ਕਰਾਂਗੇ, ਇਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਤੁਸੀਂ ਵੇਖਦੇ ਰਹੋ ਜੀ ਪ੍ਰਾਈਮ ਅਮਰੀਕਾ ਔਰ ਮੈਨੂੰ ਦਿਓ ਇਜਾਜ਼ਤ। ਧੰਨਵਾਦ ਜੀ।